ਅੱਜ ਇਸ ਵਾਰ ਦੀ 27ਵੀਂ ਔਰ ਆਖਰੀ ਪੌੜੀ ਹੈ। ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 150 ਤੇ ਅੰਕਿਤ ਹੈ। ਦੇਖਿਆ ਆਖ ਬੁਝਾਇਆ, ਸਿਫਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦਿਓ। ਇਹਨੂੰ ਗੁਰ ਨਾਨਕ ਇਕੱਠਾ ਨਹੀਂ ਪੜਨਾ, ਗੁਰ ਤੇ ਰੁਕ ਜਾਣਾ ਹੈ, ਕਿਉਂਕਿ ਗੁਰ ਦੇ ਰਾਰੇ ਥੱਲੇ ਔਂਕੜ ਹੈ। ਜੇ ਨਾਨਕ ਦੇ ਕੱਕੇ ਥੱਲੇ ਵੀ ਔਂਕੜ ਹੁੰਦਾ ਫਿਰ ਗੁਰੂ ਨਾਨਕ ਇਕੱਠਾ ਪੜਨਾ ਸੀ। ਹੁਣ ਗੁਰ ਤੇ ਵਿਸ਼ਰਾਮ ਲਗਾਵਾਂਗੇ। ਦੇਖਿਆ ਆਖ ਬੁਝਾਇਆ, ਆਖ ਦਾ ਮਤਲਬ ਆਖ ਕੇ, ਸੁਣਾ ਕੇ। ਦੇਖਿਆ ਦਾ ਮਤਲਬ ਸਿੱਖਿਆ, ਬੁਝਾਇਆ ਦਾ ਮਤਲਬ ਸਮਝਾ ਦਿੱਤਾ, ਗਿਆਨ ਦਿੱਤਾ, ਆਤਮਿਕ ਜੀਵਨ ਦੀ ਸੂਝ ਦਿੱਤੀ। ਤੇ ਸਿਫਤੀ ਦਾ ਮਤਲਬ ਹੈਗਾ ਸਿਫਤ ਦੁਆਰਾ, ਸਿਫਤਾਂ ਰਾਹੀਂ, ਸਿਫਤ ਸਲਾਹ ਰਾਹੀਂ, ਗੁਣਾ ਰਾਹੀਂ। ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਸੱਚ ਵਿੱਚ, ਤੇ ਸਮਿਓ ਦਾ ਮਤਲਬ ਸਮਾਈ ਦਿੱਤੀ, ਜੋੜਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦਾ ਗੁਰਦੇਵ ਹੈ, ਜਿਨ੍ਹਾਂ ਦਾ ਗੁਰਦੇਵ ਹੈ, ਜੋ ਗੁਰੂ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ, ਜੋ ਗੁਰੂ ਦੀ ਮੱਤ ਦੇ ਧਾਰਨੀ ਨੇ, ਜਿਨ੍ਹਾਂ ਨੂੰ ਗੁਰੂ ਨੇ ਸਿੱਖਿਆ ਦੇ ਕੇ ਗਿਆਨ ਦਿੱਤਾ, ਉਹਨਾਂ ਨੂੰ ਸਮਝ ਆ ਗਈ ਕਿ ਸਿਫਤ ਸਲਾਹ ਦੀ ਰਾਹੀਂ ਸੱਚ ਦੇ ਅੰਦਰ ਸਮਾ ਜਾਈਦਾ। ਗੁਰੂ ਜੀ ਨੇ ਸਿੱਖਿਆ ਦਿੱਤੀ ਔਰ ਉਹਨਾਂ ਦੀ ਸੱਚ ਦੇ ਅੰਦਰ ਸਮਾਈ ਕਰਾ ਦਿੱਤੀ। ਤਾਂ ਸੱਚ ਦੇ ਅੰਦਰ ਸਮਾਣਾ ਇਹ ਕੀ ਹੈ? ਸਿਫਤਾਂ ਰਾਹੀਂ, ਸਿਫਤ ਸਲਾਹ ਰਾਹੀਂ ਰੱਬ ਦੇ ਅੰਦਰ ਅਸੀਂ ਕਿਵੇਂ ਮਿਲ ਸਕਦੇ ਹਾਂ? ਦੇਖੋ ਕਿੰਨੀ ਵੱਡੀ ਸਮੱਸਿਆ ਦਾ ਸੋਲੂਸ਼ਨ ਹੋ ਰਿਹਾ ਹੈ ਸਾਡੀ ਦਾ। ਸਿਫਤੀ ਦਾ ਮਤਲਬ ਸਿਫਤਾਂ ਰਾਹੀਂ ਗੁਣ ਗਾ ਕੇ, ਗੁਣਾਂ ਦੇ ਧਾਰਨੀ ਹੋ ਕੇ, ਮਨ ਬਚਨ ਕਰਮ ਕਰਕੇ, ਗੁਣਾਂ ਨੂੰ ਇੰਪਲੀਮੈਂਟ ਕਰਕੇ ਸੱਚ ਦੇ ਅੰਦਰ ਸਮਾਈ ਹੋ ਜਾਂਦੀ ਹੈ। ਸੱਚ ਦੇ ਅੰਦਰ ਬੰਦਾ ਸਮਾ ਜਾਂਦਾ ਹੈ। ਤੇ ਸੱਚ ਕੌਣ ਹੈ? ਰੱਬ। ਆਦਿ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਉਸ ਪ੍ਰਭੂ ਦੇ ਅੰਦਰ ਬੰਦਾ ਸਦਾ ਲਈ ਸਮਾ ਜਾਂਦਾ ਹੈ। ਕਿਵੇਂ ਸਮਾ ਜਾਂਦਾ ਹੈ? ਸਿਫਤੀ ਗੁਣਾ ਰਾਹੀਂ। ਤੇ ਇਹ ਸਮਝ ਕਿਹਨੇ ਦਿੱਤੀ? ਗੁਰੂ ਨੇ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਉਹਨਾਂ ਨੂੰ ਗੁਰੂ ਨੇ ਇਹ ਸਮਝ ਦਿੱਤੀ, ਉਹ ਗੁਣਾਂ ਦੇ ਧਾਰਨੀ ਹੋਏ, ਉਹ ਸੱਚ ਦੇ ਅੰਦਰ ਸਮਾ ਕੇ ਰੱਬ ਵਰਗੇ ਹੀ ਹੋ ਗਏ। ਹੁਣ ਜੇ ਸਾਡੇ ਵਿੱਚੋਂ ਜਾਂ ਇਸ ਦੁਨੀਆ ਵਿੱਚੋਂ ਕੋਈ ਰੱਬ ਦਾ ਰੂਪ ਨਹੀਂ ਹੋ ਸਕਿਆ, ਤਾਂ ਉਹਦਾ ਰੀਜ਼ਨ ਸਾਨੂੰ ਸਮਝ ਆ ਜਾਣਾ ਚਾਹੀਦਾ ਹੈ ਕਿ ਉਹਦਾ ਰੀਜ਼ਨ ਕੀ ਹੈ। ਜਿਹੜੇ ਸੱਚ ਦੇ ਅੰਦਰ ਸਮਾ ਗਏ, ਉਹਨਾਂ ਨੇ ਗੁਰੂ ਦੀ ਸਿੱਖਿਆ ਨੂੰ ਫੋਲੋ ਕੀਤਾ, ਉਹ ਸੱਚ ਵਿੱਚ ਸਮਾ ਗਏ, ਗੁਣਾਂ ਦੇ ਧਾਰਨੀ ਹੋ ਗਏ। ਲੇਕਿਨ ਜੋ ਨਹੀਂ ਹੋ ਸਕੇ, ਇਹਦਾ ਮਤਲਬ ਉਹਨਾਂ ਨੇ ਗੁਰੂ ਦੀ ਸਿੱਖਿਆ ਨੂੰ ਮੰਨਿਆ ਨਹੀਂ, ਉਹਨਾਂ ਨੇ ਗੁਰੂ ਦੀ ਸ਼ਰਨ ਨਹੀਂ ਲਈ, ਉਹਨਾਂ ਨੇ ਸ਼ਰਨ ਕਿਸੇ ਹੋਰ ਦੀ ਲੈ ਲਈ ਹੈ, ਡਾਇਰੈਕਸ਼ਨ ਕਿਤੇ ਹੋਰ ਤੋਂ ਲੈ ਰਹੇ ਨੇ। ਚਾਹੇ ਉਹ ਸਮਾਧੀਆਂ ਲਾਉਣ ਵਾਲੇ ਤੋਂ ਲੈ ਰਹੇ ਨੇ, ਚਾਹੇ ਉਹ ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਵਾਲਿਆਂ ਤੋਂ ਸਿੱਖਿਆ ਲੈ ਰਹੇ ਨੇ, ਜਾਂ ਉਹ ਕਿਸੇ ਤਿਆਗੀ ਤੋਂ ਜੋ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ, ਉਹਨਾਂ ਤੋਂ ਸਿੱਖਿਆ ਲੈ ਰਹੇ ਨੇ। ਤੇ ਉਹਨਾਂ ਸਿੱਖਿਆਵਾਂ ਰਾਹੀਂ, ਕਰਮ ਕਾਂਡਾਂ ਰਾਹੀਂ ਕਦੀ ਵੀ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ। ਕਦੀ ਵੀ ਬੰਦਾ ਰੱਬ ਵਰਗਾ ਨਹੀਂ ਹੁੰਦਾ, ਰੱਬ ਵਿੱਚ ਅਭੇਦਤਾ ਨਹੀਂ ਹੁੰਦੀ। ਹਮੇਸ਼ਾ ਗੁਰੂ ਦੇ ਗਿਆਨ ਰਾਹੀਂ, ਗੁਣਾਂ ਦੇ ਧਾਰਨੀ ਹੋ ਕੇ, ਮਨ ਬਚਨ ਕਰਮ ਕਰਕੇ, ਰੱਬੀ ਗੁਣਾਂ ਨੂੰ ਅਪਣਾ ਕੇ ਸੱਚ ਦੇ ਅੰਦਰ ਸਮਾਈ ਹੋ ਜਾਂਦੀ। ਤਾਂ ਜੇ ਅਸੀਂ ਰੱਬ ਰੂਪ ਨਹੀਂ ਹੋ ਸਕੇ, ਤਾਂ ਫਿਰ ਸਾਨੂੰ ਸੈਲਫ ਐਨਾਲਿਸਿਸ ਕਰਨਾ ਚਾਹੀਦਾ ਹੈ ਕਿ ਕਮੀ ਕਿੱਥੇ ਹੈ। ਕਿਤੇ ਸਾਡੇ ਅੰਦਰ ਕੋਈ ਔਗਣ ਤਾਂ ਨਹੀਂ, ਕਿਤੇ ਗੁਰੂ ਦੀ ਬਾਣੀ ਜਾਂ ਗੁਰੂ ਦੀ ਸਿੱਖਿਆ ਤੋਂ, ਗੁਰੂ ਦੇ ਦਿੱਤੇ ਵੇ ਆਫ ਲਾਈਫ ਤੋਂ ਉਲਟ ਤੇ ਨਹੀਂ ਕੁਝ ਕਰ ਰਿਹਾ। ਸਾਡੀ ਸੋਚ, ਸਾਡੇ ਬੋਲ, ਸਾਡਾ ਵਿਹਾਰ ਜੇ ਕਿਤੇ ਗਲਤ ਹੈ, ਤਾਂ ਸਾਨੂੰ ਆਪਣੀ ਗਲਤੀ ਸੁਧਾਰ ਲੈਣੀ ਚਾਹੀਦੀ ਹੈ। ਤੇ ਜੇ ਅਸੀਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਰਹੇ ਹਾਂ, ਗੁਣਾਂ ਦੇ ਧਾਰਨੀ ਹਾਂ, ਤਾਂ ਫਿਰ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਚਾਹੀਦੀ। ਸ਼ਾਬਾਸ਼ ਹੈ ਉਹ ਜ਼ਿੰਦਗੀ, ਧੰਨਵਾਦ ਉਸ ਜ਼ਿੰਦਗੀ ਦਾ, ਸ਼ੁਕਰਾਨਾ ਕਰਨਾ ਚਾਹੀਦਾ ਹੈ ਗੁਰੂ ਦਾ, ਪ੍ਰਭੂ ਦਾ, ਕਿ ਸ਼ੁਕਰ ਹੈ ਪ੍ਰਭੂ, ਸ਼ੁਕਰ ਹੈ ਗੁਰਦੇਵ, ਕਿ ਤੁਹਾਡੀ ਰਹਿਮਤ ਰਾਹੀਂ ਮੈਂ ਐਸੀ ਜ਼ਿੰਦਗੀ ਜੀ ਰਿਹਾ ਹਾਂ।
तिनको क्या उपदेसी है जिन गुरु नानक देव। ਇੱਥੇ ਬਹੁਤ ਸਾਰੇ ਵੀਰ ਅਰਥ ਕਰਦੇ ਨੇ ਕਿ ਜਿਨ੍ਹਾਂ ਦਾ ਗੁਰੂ ਨਾਨਕ ਦੇਵ ਹੈ। ਹੋ ਸਕਦਾ ਸੀ ਉਹ ਅਰਥ ਜੇ ਨਾਨਕ ਦੇ ਕੱਕੇ ਥੱਲੇ ਔਂਕੜ ਹੁੰਦਾ। ਇੱਥੇ ਗੁਰ ਵੱਖਰਾ ਹੈ, ਨਾਨਕ ਵੱਖਰਾ ਹੈ। ਨਾਨਕ ਹੈ ਨਾਨਕ, ਜਦੋਂ ਨਾਨਕ ਦੇ ਕੱਕੇ ਥੱਲੇ ਔਂਕੜ ਆਏ ਨਾ ਤਾਂ ਉਹ ਕਰਤਾ ਕਾਰਕ ਇੱਕ ਵਚਨ ਪੁਲਿੰਗ ਸ਼ਬਦ ਹੋਏਗਾ। ਨਾਨਕ ਦੇ ਕੱਕੇ ਨਾਲ ਸਿਹਾਰੀ ਹੋਵੇ ਉਹਦਾ ਅਰਥ ਹੋਏਗਾ ਨਾਨਕ ਨੇ, ਨਾਨਕ ਦੇ ਜ਼ਰੀਏ ਜਾਂ ਨਾਨਕ ਵਿੱਚ। ਤੇ ਜਦੋਂ ਨਾਨਕ ਦਾ ਕੱਕਾ ਮੁਕਤਾ ਹੋਏ ਉਹਦਾ ਮਤਲਬ ਹੈ ਨਾਨਕ ਕਵੀ ਦੀ ਮੋਹਰ ਛਾਪ ਹੈ। ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇਵ। ਦੇਵ ਦਾ ਮਤਲਬ ਪ੍ਰਕਾਸ਼ ਸਰੂਪ। ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ, ਭਾਵ ਕਿ ਪ੍ਰਭੂ ਦੇ ਨਾਮ ਵਿੱਚ ਸੱਚ ਵਿੱਚ ਜੁੜਨ ਤੋਂ ਇਲਾਵਾ ਇਸ ਤੋਂ ਵੱਡੀ ਹੋਰ ਕੋਈ ਸਿੱਖਿਆ ਨਹੀਂ ਹੈ। ਜਿਨ੍ਹਾਂ ਨੂੰ ਦੇਵ ਦਾ ਮਤਲਬ ਪ੍ਰਕਾਸ਼ ਸਰੂਪ ਪ੍ਰਭੂ ਦੇ ਅੰਦਰ ਜੋੜ ਦਿੱਤਾ, ਜਿਨ੍ਹਾਂ ਦਾ ਪ੍ਰਕਾਸ਼ ਸਰੂਪ ਗੁਰੂ ਹੈ ਚਾਨਣਾ ਵਿਖਾਉਣ ਵਾਲਾ, ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਹੈ। ਯਾਨੀ ਗੁਰੂ ਦੇ ਉਪਦੇਸ਼ ਅਨੁਸਾਰ ਚੱਲ ਕੇ ਰੱਬੀ ਗੁਣਾਂ ਦੇ ਅੰਦਰ ਸਮਾ ਜਾਣਾ ਹੀ ਦੁਨੀਆ ਦੀ ਸਭ ਤੋਂ ਵੱਡੀ ਸਿੱਖਿਆ ਹੈ। ਹੋਰ ਕਿਸੇ ਸਿੱਖਿਆ ਦੀ ਲੋੜ ਨਹੀਂ ਕਿ ਅਸੀਂ ਹੁਣ ਨਾਮ ਕਿਵੇਂ ਜਪੀਏ, ਭਗਤੀ ਕਿਵੇਂ ਕਰੀਏ, ਸੰਸਾਰ ਦਾ ਤਿਆਗ ਕਰੀਏ, ਸਮਾਧੀਆਂ ਲਾਈਏ, ਦਸਮ ਦੁਆਰ ਕਿਵੇਂ ਖੁੱਲੇਗਾ, ਅੰਦਰ ਟੂੰ ਟੂੰ ਦੀ ਆਵਾਜ਼ ਬੰਸਰੀ ਦੀ ਕਿਵੇਂ ਆਏਗੀ, ਕਰਮ ਕਾਂਡ ਦਾ ਹੋਰ ਉਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਹੈ ਸਿੱਖਿਆ ਲੈਣ ਦੀ। ਸਭ ਤੋਂ ਉੱਚੀ ਸਿੱਖਿਆ ਹੈ ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ, ਗੁਰੂ ਦੇ ਦਿੱਤੇ ਹੋਏ ਰੱਬੀ ਗੁਣ। ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲੈਣਾ ਹੀ ਇੱਕੋ ਇੱਕ ਸਾਧਨ ਹੈ ਪ੍ਰਭੂ ਦੇ ਵਿੱਚ ਸਮਾ ਜਾਣ ਦਾ। ਤੇ ਜਿਨ੍ਹਾਂ ਦੇ ਸਿਰ ਤੇ ਗੁਰੂ ਰਾਖਾ ਹੈ, ਜੋ ਗੁਰੂ ਦੇ ਸ਼ਰਨਾਂ ਦੀ ਚਰਨਾਂ ਦੀ ਸ਼ਰਨ ਵਿੱਚ ਆ ਗਏ ਨੇ, ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਦੀ ਲੋੜ ਹੈ। ਪਰ ਆਮ ਜੋ ਬੰਦਾ ਹੈ ਉਹਦੀ ਪ੍ਰੋਬਲਮ ਇਹ ਹੈ ਕਿ ਉਹ ਗੁਰੂ ਨੂੰ ਛੱਡ ਕੇ ਉਪਦੇਸ਼ ਹੋਰ ਤੋਂ ਲੈ ਰਿਹਾ ਹੈ, ਕਿਸੇ ਹੋਰ ਦੀ ਗਾਈਡੈਂਸ ਵਿੱਚ ਚੱਲ ਰਿਹਾ ਹੈ। ਜਿਵੇਂ ਅਸੀਂ ਇਹ ਚੀਜ਼ਾਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ। ਜਾਂ ਤਾਂ ਅਸੀਂ ਗੁਰਦੁਆਰੇ ਰਹੇ ਹਾਂ, ਬਾਣੀ ਅਸੀਂ ਪੜ੍ਹ ਰਹੇ ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਲੇਕਿਨ ਗਾਈਡੈਂਸ ਕਿਸੇ ਹੋਰ ਦੀ ਹੈ। ਗਾਈਡੈਂਸ ਗੁਰਮਤ ਤੋਂ ਉਲਟ ਹੈ ਕਿ ਇਹ ਸ਼ਬਦ ਤੁਸੀਂ 25 ਵਾਰੀ ਪੜੋਗੇ ਤੇ ਤੁਹਾਡਾ ਮੁਕੱਦਮਾ ਜਿੱਤ ਜਾਏਗਾ। ਗਾਈਡੈਂਸ ਕਿਸੇ ਬਾਬੇ ਦੀ ਹੈ, ਹੁਕਮ ਕਿਸੇ ਬਾਬੇ ਦਾ ਮੰਨ ਰਹੇ ਹਾਂ ਤੇ ਮੁਕੱਦਮਾ ਚੱਲ ਰਿਹਾ ਹੈ ਭਰਾ ਦੇ ਨਾਲ, ਤੇ ਜ਼ਮੀਨ ਦਾ ਰੌਲਾ ਹੈ। ਭਰਾ ਦੀ ਜ਼ਮੀਨ ਦੇ ਉੱਤੇ ਕੇਸ ਕੀਤਾ ਹੋਇਆ ਕਿ ਉਹਦੀ ਜ਼ਮੀਨ, ਉਹਦਾ ਪਲਾਟ ਮੈਨੂੰ ਮਿਲ ਜਾਏ। ਤੇ ਬਾਬੇ ਨੇ ਸਾਨੂੰ ਗਾਈਡੈਂਸ ਦਿੱਤੀ ਹੈ ਕਿ ਜਪਜੀ ਸਾਹਿਬ ਜਾਂ ਕੋਈ ਵੀ ਬਾਣੀ 25 ਵਾਰੀ 31 ਵਾਰੀ ਪੜੋਗੇ ਮੁਕੱਦਮਾ ਜਿੱਤ ਜਾਓਗੇ। ਤਾਂ ਹੁਣ ਇਹ ਬਾਣੀ ਭਰਾਵਾਂ ਦੀਆਂ ਪ੍ਰੋਪਰਟੀਆਂ ਤੇ ਕਬਜ਼ੇ ਕਰਾਉਣ ਵਾਸਤੇ ਨਹੀਂ ਹੈ। ਬਾਣੀ ਝੂਠੇ ਮੁਕੱਦਮੇ ਲੜਾਉਣ ਜਿਤਾਉਣ ਵਾਸਤੇ ਨਹੀਂ। ਜੇ ਗੁਰੂ ਦੀ ਸਿੱਖਿਆ ਤੇ ਚੱਲਿਆ ਜਾਏ ਤਾਂ ਮੁਕੱਦਮੇ ਦੀ ਲੋੜ ਹੀ ਨਹੀਂ ਪੈਂਦੀ, ਝਗੜਾ ਲੜਾਈ ਦੰਗਾ ਫਸਾਦ ਹੋਏਗਾ ਹੀ ਨਹੀਂ, ਕਿਉਂਕਿ ਸੱਚ ਨਾਲ ਬੰਦਾ ਜੁੜ ਜਾਏਗਾ ਨਾ। ਜਾਂ ਅਸੀਂ ਗੁਰਦੁਆਰੇ ਸਾਹਿਬ ਰਹੇ ਹਾਂ, ਲੇਕਿਨ ਉਪਦੇਸ਼ ਕਿਸੇ ਬਾਬੇ ਨੇ ਦਿੱਤਾ ਹੋਇਆ ਹੈ ਕਿ ਮੰਗਲਵਾਰ ਵਾਲੇ ਦਿਨ ਜੇ ਪੀਲਾ ਪ੍ਰਸ਼ਾਦ ਚੜਾਓਗੇ ਤੇ ਤੁਹਾਡੀ ਮਨੋਕਾਮਨਾ ਪੂਰੀ ਹੋਏਗੀ। ਇਸ ਲਈ ਅਸੀਂ ਮੰਗਲਵਾਰ ਬੂੰਦੀ ਜਾਂ ਲੱਡੂ ਲੈ ਕੇ ਜਾਂਦੇ ਹਾਂ। ਜਾਂ ਗੁਰਦੁਆਰਾ ਸਾਹਿਬ ਰਹੇ ਹਾਂ, ਲੇਕਿਨ ਗਾਈਡੈਂਸ ਕਿਸੇ ਬਾਬੇ ਦੀ ਹੈ ਕਿ ਵੀਰਵਾਰ ਵਾਲੇ ਦਿਨ ਮਾਂ ਦੀ ਦਾਲ ਲੈ ਕੇ ਜਾਓਗੇ ਤੇ ਕਾਰਦਰਾਸ ਹੋ ਜਾਣਗੇ। ਸ਼ਨੀਵਾਰ ਛੋਲੇ ਲੈ ਕੇ ਜਾਓਗੇ। ਦੇਖੋ, ਦਾਲਾਂ ਦੀ, ਸਬਜ਼ੀਆਂ ਦੀ, ਫਰੂਟ ਦੀ, ਇਹਨਾਂ ਚੀਜ਼ਾਂ ਦੀ ਗੁਰੂ ਘਰਾਂ ਵਿੱਚ, ਗੁਰਦੁਆਰੇ ਸਾਹਿਬਾਨ ਵਿੱਚ ਜ਼ਰੂਰਤ ਹੈ, ਕਿਉਂਕਿ ਗੁਰੂ ਦਾ ਲੰਗਰ ਹਰ ਇਨਸਾਨ ਵਾਸਤੇ ਖੁੱਲਾ ਚੱਲਦਾ ਹੈ। ਸਾਨੂੰ ਇਹ ਚੀਜ਼ਾਂ ਗੁਰਦੁਆਰਾ ਸਾਹਿਬ ਲੈ ਕੇ ਜਾਣੀਆਂ ਚਾਹੀਦੀਆਂ ਨੇ, ਇਹਦੀ ਕੋਈ ਮਨਾਹੀ ਨਹੀਂ ਹੈ। ਲੇਕਿਨ ਵਹਿਮ ਕਰਕੇ ਵੀਰਵਾਰ, ਸ਼ਨੀਵਾਰ ਇਸ ਤਰ੍ਹਾਂ ਲੈ ਕੇ ਜਾਣਾ ਇਹ ਕਦੇ ਵੀ ਠੀਕ ਨਹੀਂ ਹੈ, ਕਿਉਂਕਿ ਗੁਰਮਤ ਤੋਂ ਉਲਟ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਕੋਈ ਗੁਰਦੁਆਰਾ ਸਾਹਿਬ ਚੀਜ਼ ਲੈ ਕੇ ਜਾਣੀ ਹੈ ਨਾ, ਦਾਲ ਸਬਜ਼ੀ ਜਾਂ ਕੁਝ ਵੀ ਅਸੀਂ ਲੈ ਕੇ ਜਾ ਰਹੇ ਹਾਂ, ਤਾਂ ਉਸ ਤੋਂ ਪਹਿਲਾਂ ਚਾਹੀਦਾ ਹੈ ਕਿ ਅਸੀਂ ਕਿਸੇ ਗ੍ਰੰਥੀ ਸਿੰਘ ਜਾਂ ਪ੍ਰਬੰਧਕ ਵੀਰ ਦੇ ਨਾਲ ਗੱਲ ਕਰੀਏ ਕਿ ਗੁਰਦੁਆਰਾ ਸਾਹਿਬ ਜ਼ਰੂਰਤ ਕਿਸ ਚੀਜ਼ ਦੀ ਹੈ। ਕਈ ਵਾਰੀ ਦਾਲਾਂ ਇੰਨੀਆਂ ਪਈਆਂ ਹੁੰਦੀਆਂ ਨੇ ਕਿ ਉਹ ਖਰਾਬ ਹੋ ਰਹੀਆਂ ਨੇ, ਪਹਿਲਾਂ ਹੀ ਤੇ ਅਸੀਂ ਹੋਰ ਲੈ ਜਾਂਦੇ ਹਾਂ। ਤਾਂ ਉਹ ਚੀਜ਼ ਲੈ ਕੇ ਜਾਓ ਜਿਸ ਚੀਜ਼ ਦੀ ਜ਼ਰੂਰਤ ਹੈ। ਜੇ ਆਟੇ ਦੀ ਜ਼ਰੂਰਤ ਹੈ, ਆਟਾ ਲੈ ਜਾਓ। ਦਾਲ ਦੀ ਲੋੜ ਹੈ, ਸਬਜ਼ੀ ਦੀ ਲੋੜ ਹੈ, ਹੋ ਸਕਦਾ ਹੈ ਕਿ ਉੱਥੇ ਹਲਦੀ ਮੁੱਕੀ ਹੋਵੇ ਤੇ ਤੁਸੀਂ ਦਾਲ ਲੈ ਜਾਓ ਚੱਕ ਕੇ।
ਤਾਂ ਐਵੇਂ ਹੋ ਸਕਦਾ ਨਾ, ਇਹ ਚੀਜ਼ਾਂ ਸੇਵਾ ਇਸ ਤਰ੍ਹਾਂ ਹੋ ਸਕਦੀ ਹੈ। ਲੇਕਿਨ ਉਹ ਵਹਿਮਾਂ ਦੀ ਮੈਂ ਗੱਲ ਕਰ ਰਿਹਾ, ਤਾਂ ਜਿਹੜਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਹੈ ਉਹਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ, ਕਿਸੇ ਰਾਹ ਦੀ ਲੋੜ ਨਹੀਂ ਰਹਿੰਦੀ, ਮੜੀਆਂ ਕਬਰਾਂ ਵਗੈਰਾ ਵਗੈਰਾ, ਇਹ ਸਾਰੀਆਂ ਚੀਜ਼ਾਂ ਤੁਸੀਂ ਸਮਝਦੇ ਹੋ। ਅੱਗੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਆਪ ਬੁਝਾਏ ਸੋਈ ਬੁਝੈ। ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦਿੰਦਾ ਹੈ, ਉਹੀ ਬੁਝਦਾ ਹੈ, ਉਹੀ ਜਾਣਦਾ ਹੈ, ਉਹੀ ਸਮਝਦਾ ਹੈ, ਉਹਨੂੰ ਸੂਝ ਆਉਂਦੀ ਹੈ। ਹੁਣ ਇੱਥੇ ਫਿਰ ਸਾਡਾ ਸ਼ੰਕਾ ਹੋਏਗਾ ਕਿ ਇਹਦਾ ਮਤਲਬ ਸਾਨੂੰ ਰੱਬ ਨੇ ਸੂਝ ਦਿੱਤੀ ਹੀ ਨਹੀਂ, ਤਾਂ ਅਸੀਂ ਨਹੀਂ ਸਮਝੇ। ਐਸੀ ਗੱਲ ਨਹੀਂ ਹੈ, ਗੱਲ ਹੋਰ ਹੈ। ਹੁਣ ਰੱਬ ਉਹਨੂੰ ਸਮਝਾਏਗਾ ਨਾ ਜੋ ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਆਏਗਾ, ਗੁਰੂ ਉਹਨੂੰ ਸਮਝਾਏਗਾ ਨਾ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏਗਾ। ਜਿਹੜਾ ਹੁਣ ਮੱਥਾ ਹੀ 9 ਵਜੇ ਪੀਰ ਤੇ ਟੇਕ ਰਿਹਾ ਹੈ, ਉਹਨੂੰ ਰੱਬ ਕਿਵੇਂ ਸਮਝਾਏ? ਉਹਨੂੰ ਤੇ 9 ਵਜੇ ਪੀਰ ਹੀ ਸਮਝਾਏਗਾ ਨਾ। ਜਿਹੜਾ ਹੁਣ ਗੁਰਬਾਣੀ ਪੜ੍ਹ ਕੇ ਗੁਰਬਾਣੀ ਤੋਂ ਸਮਝਣਾ ਹੀ ਨਹੀਂ ਚਾਹੁੰਦਾ, ਉਹਨੂੰ ਗੁਰਬਾਣੀ ਕਿਵੇਂ ਸਮਝਾਏ? ਹੁਣ ਜਿਹੜਾ ਸਮਝਣਾ ਹੀ ਬਾਬਿਆਂ ਤੋਂ ਚਾਹ ਰਿਹਾ ਹੈ, ਹੁਣ ਤੇ ਫਿਰ ਬਾਬੇ ਹੀ ਸਮਝਾਣਗੇ ਨਾ। ਤਾਂ ਇਹਦਾ ਮਤਲਬ ਜੋ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਹੈ ਨਾ, ਉਹਨੂੰ ਇਹ ਸੂਝ ਮਿਲ ਜਾਂਦੀ, ਉਹਨੂੰ ਇਹ ਸਮਝ ਆ ਜਾਂਦੀ ਹੈ। ਔਰ ਉਹ ਜਿਹੜਾ ਸਮਝਾਉਣ ਵਾਲਾ ਰੱਬ ਹੈ ਤੁਹਾਡੇ ਅੰਦਰ ਬੈਠਾ ਹੈ, ਹਰ ਇੱਕ ਦੇ ਅੰਦਰ ਬੈਠਾ ਹੈ। ਤਾਂ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ, ਤਾਂ ਸਾਨੂੰ ਇਹ ਸੂਝ ਸਮਝ ਆ ਜਾਏਗੀ, ਸਾਨੂੰ ਇਹ ਸਮਝ ਆ ਜਾਏਗੀ ਕਿ ਰੱਬੀ ਰਜ਼ਾ ਦੇ ਵਿੱਚ ਤੁਰਨ ਦੇ ਨਾਲ ਹੀ ਜੀਵਨ ਦੀ ਸਫਲਤਾ ਹੈ। ਤਾਂ ਜਿਹਨੂੰ ਪ੍ਰਭੂ ਆਪ ਬਖਸ਼ਿਸ਼ ਕਰਦਾ ਹੈ, ਉਹ ਇਸ ਚੀਜ਼ ਨੂੰ ਬੁੱਝਦਾ ਹੈ, ਸਮਝਦਾ ਹੈ। ਜਿਸ ਆਪ ਸੁਝਾਏ ਇਹ ਸਭ ਕੁਝ ਸੂਝ ਹੈ। ਜਿਸ ਮਨੁੱਖ ਨੂੰ ਆਪ ਸੂਝ ਬਖਸ਼ਦਾ ਹੈ, ਉਹਨੂੰ ਜੀਵਨ ਦੀ ਹਰੇਕ ਗੱਲ ਦੀ ਸੂਝ ਆ ਜਾਂਦੀ ਹੈ। ਹੁਣ ਉਹ ਸੂਝ ਬਖਸ਼ਣ ਵਾਲਾ ਕਿੱਥੇ ਹੈ? ਜੇ ਤੇ ਅਸੀਂ ਉਹ ਹੀ ਮੰਨਾਂਗੇ ਕਿ ਉੱਤੇ ਕਿਤੇ ਸਵਰਗ ਵਿੱਚ ਬੈਠਾ ਹੈ, ਜਾਂ ਜੰਨਤ ਵਿੱਚ ਹੈ, ਜਾਂ ਕਿਤੇ ਵੱਖਰੇ ਸੱਚਖੰਡ ਵਿੱਚ ਹੈ, ਜਾਂ ਬੈਕੁੰਠ ਧਾਮ ਵਿੱਚ, ਦੁਨੀਆ ਤੋਂ ਵੱਖਰੀ ਉਹਦੀ ਕਿਤੇ ਕੋਈ ਦਰਗਾਹ ਹੈ, ਨਾ ਤੇ ਹੁਣ ਸਾਨੂੰ ਉਸ ਦਰਗਾਹ ਦਾ ਪਤਾ ਲੱਗੇ ਵੀ ਕਿੱਥੇ ਹੈ ਤੇ ਕਿੱਥੇ ਨਹੀਂ, ਨਾ ਅਸੀਂ ਉੱਥੇ ਜਾਈਏ ਤੇ ਨਾ ਸਾਨੂੰ ਸੂਝ ਬਖਸ਼ੇ। ਹੁਣ ਇਹ ਚੀਜ਼ ਨੂੰ ਬੜੇ ਗੌਰ ਨਾਲ ਸਮਝਣ ਦੀ ਲੋੜ ਹੈ। ਰੱਬ ਸਾਰਿਆਂ ਦੇ ਅੰਦਰ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਸਭ ਮੈਂ ਜੋਤ ਜੋਤ ਹੈ ਸੋਏ। ਤਾਂ ਜਿਹੜਾ ਅੰਦਰ ਬੈਠਾ ਹੈ ਉਹ ਸਾਰਿਆਂ ਨੂੰ ਸੂਝ ਬਖਸ਼ਦਾ ਹੈ। ਗਿਆਨ ਦੀ ਦਾਤ ਅੰਦਰੋਂ ਪ੍ਰਗਟ ਹੁੰਦੀ ਹੈ ਜੇ ਸਮਝਣ ਦਾ ਬੰਦਾ ਯਤਨ ਕਰੇ, ਜੇ ਆਪਣੇ ਆਪੇ ਦੇ ਨਾਲ ਜੁੜੇ, ਆਪਣੇ ਅੰਦਰੋਂ ਕੋਈ ਕਲਪਨਾ ਕਰੇ। ਤਾਂ ਦੇਖੋ ਜਿੰਨੇ ਵੀ ਆ ਸਾਇੰਟਿਸਟ ਨੇ, ਜਿਹੜੀਆਂ ਇਹਨਾਂ ਨੇ ਖੋਜਾਂ ਕੀਤੀਆਂ ਨੇ, ਉਹਨਾਂ ਨੂੰ ਕਿਤੋਂ ਬਾਹਰੋਂ ਗਿਆਨ ਨਹੀਂ ਆਇਆ, ਉਹਨਾਂ ਦੇ ਅੰਦਰੋਂ ਹੀ ਚੀਜ਼ਾਂ ਪ੍ਰਗਟ ਹੋਈਆਂ ਨੇ। ਜੇ ਅਸੀਂ ਗ੍ਰੈਵਿਟੀ ਫੋਰਸ ਦੀ ਗੱਲ ਹੀ ਕਰ ਲਈਏ, ਤਾਂ ਜੇ ਸੇਬ ਡਿੱਗਦਾ ਹੈ ਤਾਂ ਨਿਊਟਨ ਦੇ ਅੰਦਰੋਂ ਆਵਾਜ਼ ਆ ਰਹੀ ਹੈ ਕਿ ਸੇਬ ਟੁੱਟ ਕੇ ਉੱਤੇ ਕਿਉਂ ਨਹੀਂ ਚਲਾ ਗਿਆ, ਥੱਲੇ ਨੂੰ ਕਿਉਂ ਗਿਰਿਆ ਹੈ, ਤੇ ਉਹਨੂੰ ਬਾਹਰੋਂ ਕਿਸੇ ਨੇ ਨਹੀਂ ਦੱਸਿਆ। ਜੇ ਬਾਹਰੋਂ ਕੋਈ ਦੱਸਦਾ ਨਾ ਗ੍ਰੈਵਿਟੀ ਫੋਰਸ ਕਰਕੇ, ਤਾਂ ਫਿਰ ਇਹ ਖੋਜ ਨਿਊਟਨ ਦੀ ਨਹੀਂ ਸੀ ਹੋਣੀ, ਉਹ ਦੱਸਣ ਵਾਲੇ ਦੀ ਹੋਣੀ ਸੀ। ਜਦੋਂ ਖੋਜ ਕੀਤੀ ਹੈ, ਫਿਰ ਅੰਦਰੋਂ ਸੂਝ ਆ ਗਈ ਨਾ ਉਹਨੂੰ। ਜਦੋਂ ਖੋਜ ਕਰਨ ਦਾ ਯਤਨ ਕੀਤਾ, ਜਦੋਂ ਵਿਆਪਕ ਨਿਯਮਾਂ ਰਾਹੀਂ ਸਮਝਿਆ, ਤਾਂ ਅੰਦਰੋਂ ਹੀ ਸੂਝ ਆ ਗਈ। ਕਿਹੜੀਆਂ ਵੱਡੀਆਂ ਖੋਜਾਂ ਕੀਤੀਆਂ, ਜਿੰਨੇ ਵੀ ਡਾਕਟਰ ਲੋਕ ਨੇ ਜਾਂ ਇੰਜੀਨੀਅਰ ਨੇ, ਕੁਛ ਵੀ ਨੇ, ਉਹਨਾਂ ਨੂੰ ਆਪਣੇ ਅੰਦਰੋਂ ਹੀ ਸੂਝ ਆਉਂਦੀ ਹੈ ਨਾ, ਤੇ ਉਸ ਸੂਝ ਦੇ ਰਾਹੀਂ ਉਸ ਕੰਮ ਨੂੰ ਕਰਦੇ ਨੇ। ਤੇ ਇਹ ਸੂਝ ਦਾ ਭੰਡਾਰ ਹਰ ਮਨੁੱਖ ਦੇ ਅੰਦਰ ਹੈ, ਮੇਰੇ ਅੰਦਰ ਵੀ, ਤੁਹਾਡੇ ਅੰਦਰ ਵੀ, ਹੋਰ ਵੀ ਸਾਰਿਆਂ ਲੋਕਾਂ ਦੇ। ਪਰ ਅਸੀਂ ਉਹਨੂੰ ਯੂਜ਼ ਕਿੰਨਾ ਕਰ ਪਾਉਂਦੇ ਆ, ਇਹ ਸਾਡੇ ਤੇ ਡਿਪੈਂਡ ਕਰੇਗਾ। ਜਿਵੇਂ ਮੈਂ ਬੇਨਤੀ ਕੀਤੀ ਸੀ ਨਾ ਕਿ ਸਾਡੇ ਦਿਮਾਗ ਦੀ ਕਿਹੜੀ ਵੱਡੀ ਮੈਮਰੀ ਹੈ, 1500 ਕਰੋੜ ਕੰਪਿਊਟਰ ਦੀ ਹਾਰਡ ਡਰਾਈਵ ਜਿੰਨੀ ਮੈਮਰੀ। ਜੇ ਉਹਦੀਆਂ ਸੀਡੀਜ਼ ਬਣਾਈਏ, ਚੰਦਰਮਾ ਤੱਕ ਢੇਰ ਲੱਗੇਗਾ ਧਰਤੀ ਤੋਂ ਲੈ ਕੇ। ਜੇ ਉਹਦੀਆਂ ਬੁੱਕਸ ਲਿਖੀਏ ਤਾਂ 15 ਲਾਇਬ੍ਰੇਰੀਆਂ ਇੱਕ ਇੱਕ ਬੰਦੇ ਦੇ ਹਿੱਸੇ ਆ ਜਾਣਗੀਆਂ। ਤਾਂ ਅੰਦਰ ਭੰਡਾਰ ਭਰੇ ਪਏ ਨੇ ਹਰ ਸ਼ੈ ਦੇ, ਔਰ ਸੂਝ ਦੇਣ ਵਾਲਾ ਅੰਦਰ ਬੈਠਾ ਹੈ। ਜ਼ਰੂਰਤ ਹੈ ਸੂਝ ਲੈਣ ਦੀ, ਅਸੀਂ ਇਸ ਪਾਸੇ ਟਰਾਈ ਨਹੀਂ ਕਰਦੇ। ਤਾਂ ਜਿਹਨੂੰ ਆਪ ਸੂਝ ਬਖਸ਼ਦਾ ਹੈ, ਉਹਨੂੰ ਸਭ ਕੁਝ ਸੁਝਦਾ ਹੈ, ਸਭ ਕੁਝ ਪਤਾ ਲੱਗ ਜਾਂਦਾ ਹੈ। ਹੁਣ ਇਸ ਚੀਜ਼ ਨੂੰ ਥੋੜਾ ਹੋਰ ਸਮਝੀਏ। ਜਿਵੇਂ ਹੁਣ ਅਸੀਂ ਜੇ ਸੋਚੀਏ ਕਿ ਸਾਨੂੰ ਝੂਠ ਬੋਲਣ ਦਾ ਜ਼ਿਆਦਾ ਫਾਇਦਾ ਹੈ ਜਾਂ ਸੱਚ ਬੋਲਣ ਦਾ,
ਪ੍ਰੇਮ ਨਾਲ ਰਹਿਣ ਨਾਲ ਜ਼ਿੰਦਗੀ ਠੀਕ ਰਹਿੰਦੀ ਕਿ ਲੜਾਈ ਝਗੜੇ ਨਾਲ? ਤਾਂ ਜਦੋਂ ਅਸੀਂ ਇਹ ਪੁੱਛਾਂਗੇ ਨਾ ਅੰਦਰ ਬੈਠੇ ਤੋਂ, ਤਾਂ ਅੰਦਰੋਂ ਹਕੀਕਤ ਹੈ ਉੱਤਰ ਆਏਗਾ ਕਿ ਪ੍ਰੇਮ ਨਾਲ ਹੀ ਰਹਿਣ ਵਿੱਚ ਲਾਭ ਹੈ। ਸੱਚੀ ਜ਼ਿੰਦਗੀ ਜੀਣ ਦਾ ਹੀ ਫਾਇਦਾ ਹੈ। ਜੇ ਅਸੀਂ ਸੱਚੀ ਜ਼ਿੰਦਗੀ ਨਹੀਂ ਜੀਵਾਂਗੇ, ਇੱਕ ਦੂਜੇ ਨਾਲ ਧੋਖਾ ਕਰਾਂਗੇ, ਤਾਂ ਉਹਦਾ ਨੁਕਸਾਨ ਹੋਏਗਾ। ਸੂਝ ਤਾਂ ਮਿਲੇਗੀ, ਪਰ ਜੇ ਉਹ ਸੂਝ ਲੈ ਕੇ ਫਿਰ ਅਸੀਂ ਉਹਨਾਂ ਤੋਂ ਇਨਕਾਰ ਕਰ ਦਈਏ ਜਾਂ ਉਹਨੂੰ ਸਮਝੀਏ ਹੀ ਨਾ, ਮੰਨੀਏ ਹੀ ਨਾ, ਤਾਂ ਉਹਦੇ ਵਿੱਚ ਰੱਬ ਦਾ ਜਾਂ ਗੁਰੂ ਦਾ ਦੋਸ਼ ਨਹੀਂ ਹੈ। ਜਿਹੜੇ ਆਮ ਬੰਦੇ ਨਸ਼ਈ ਹੋ ਜਾਂਦੇ ਨੇ ਨਾ, ਜਦੋਂ ਉਹ ਪਹਿਲੇ ਦਿਨ ਨਸ਼ਾ ਵਰਤਣ ਲੱਗਦੇ ਨੇ, ਅੰਦਰੋਂ ਆਵਾਜ਼ ਆਉਂਦੀ ਹੈ ਕਿ ਨਾ ਵਰਤ। ਬਹੁਤ ਝਿਜਕਦੇ ਨੇ, ਬਹੁਤ ਡਰਦੇ ਨੇ। ਅੰਦਰੋਂ ਆਵਾਜ਼ ਆਉਂਦੀ ਹੈ ਨਾ ਪੀ, ਨਾ ਪੀ। ਫਿਰ ਬਾਹਰੋਂ ਉਹਨਾਂ ਦੇ ਉੱਤੇ ਕੁਝ ਪ੍ਰੈਸ਼ਰ ਹੁੰਦਾ ਹੈ, ਤੇ ਫਿਰ ਅੰਦਰੋਂ ਨਾ ਪੀ, ਨਾ ਪੀ ਦੀ ਆਵਾਜ਼ ਨੂੰ ਦਬਾ ਕੇ ਉਹ ਪੀ ਲੈਂਦੇ ਨੇ ਇੱਕ ਅੱਧਾ ਪੈਕ। ਦੁਬਾਰਾ ਫਿਰ ਪੀਣ ਲੱਗਦੇ ਨੇ, ਅੰਦਰੋਂ ਆਵਾਜ਼ ਆਉਂਦੀ ਹੈ, ਫਿਰ ਉਸ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਅਗਲੇ ਦਿਨ ਫਿਰ ਆਵਾਜ਼ ਆਉਂਦੀ ਹੈ, ਫਿਰ ਉਹ ਆਵਾਜ਼ ਹੌਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸੁਣ ਨਹੀਂ ਨਾ ਰਿਹਾ, ਫਿਰ ਅੰਦਰੋਂ ਆਵਾਜ਼ ਤੇ ਆਉਂਦੀ ਹੈ। ਫਿਰ ਆਖਿਰ ਇੱਕ ਦਿਨ ਉਹ ਆਵਾਜ਼ ਆਉਣੀ ਬੰਦ ਹੋ ਜਾਂਦੀ ਵੀ ਮਗਰੋਂ ਲੈ ਪੀਣਾ ਪੀ ਜਾ। ਫਿਰ ਬੰਦਾ ਆਪਣਾ ਆਪ ਗਵਾ ਲੈਂਦਾ ਨਾ, ਉਹ ਆਵਾਜ਼ ਹੀ ਆਉਣੀ ਬੰਦ ਹੋ ਜਾਂਦੀ। ਫਿਰ ਆਵਾਜ਼ ਆਈ ਜਾਂਦੀ ਪਿਉਣ ਦੇ ਬੋਤਲਾਂ ਦੀਆਂ ਬੋਤਲਾਂ। ਆਖਿਰ ਉਹ ਬੰਦਾ ਡਰੱਗੀ ਹੋ ਜਾਂਦਾ, ਸਾਰਾ ਕੁਝ ਬਰਬਾਦ ਕਰ ਲੈਂਦਾ। ਤਾਂ ਜਿਸ ਆਪ ਸੁਝਾਏ ਤੇ ਸਭ ਕੀ ਸੂਝ ਹੈ, ਜਿਹਨੂੰ ਆਪ ਸੂਝ ਬਖਸ਼ਦਾ ਹੈ, ਉਹਨੂੰ ਸਭ ਕੁਝ ਸੁਝਦਾ ਹੈ। ਕਹਿ ਕਥਨਾ ਮਾਇਆ ਲੁਝ ਹੈ, ਪਰ ਜੇ ਇਹ ਮਤ ਨਹੀਂ ਹੈ, ਇਸ ਮਤ ਨੂੰ, ਇਸ ਸੂਝ ਨੂੰ ਅਪਣਾਉਂਦਾ ਨਹੀਂ, ਜਿਵੇਂ ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰ ਨਾਨਕ ਦਿਓ, ਜਿਨ੍ਹਾਂ ਦੇ ਸਿਰ ਦੇ ਉੱਤੇ ਰਾਖਾ ਗੁਰੂ ਹੈ, ਜਿਨ੍ਹਾਂ ਨੂੰ ਗੁਰੂ ਨੇ ਸੂਝ ਦਿੱਤੀ, ਜਿਨ੍ਹਾਂ ਨੂੰ ਗੁਰੂ ਨੇ, ਉਹਨਾਂ ਨੇ ਉਸ ਗੱਲ ਨੂੰ ਅਪਣਾ ਲਿਆ, ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਪਰ ਜੇਕਰ ਇਸ ਚੀਜ਼ ਨੂੰ ਨਾ ਮੰਨੇ ਤੇ ਨਿਰਾ ਕਹੀ ਜਾਏ, ਅਮਲ ਨਾ ਕਰੇ, ਗੱਲਾਂ ਕਰੀ ਜਾਏ, ਹੁਕਮ ਰਜਾ ਮੁਤਾਬਕ ਨਾ ਚੱਲੇ, ਗੁਰੂ ਦੇ ਦੱਸੇ ਰਾਹ ਤੇ ਨਾ ਤੁਰੇ, ਤਾਂ ਐਸਾ ਇਨਸਾਨ ਕਥਨੀ ਕਰੀ ਜਾਂਦਾ ਹੈ, ਕਥਨੀ ਕਰੀ ਜਾਂਦਾ ਹੈ, ਆਖੀ ਜਾਂਦਾ ਹੈ, ਆਖੀ ਜਾਂਦਾ ਹੈ, ਮਾਇਆ ਲੂਝੇ। ਲੇਕਿਨ ਮਾਇਆ ਦੇ ਵਿੱਚ ਹੀ ਲੂਝੇ ਦਾ ਮਤਲਬ ਲੁਝਦਾ ਹੈ, ਸੜਦਾ ਹੈ, ਦੁਖੀ ਰਹਿੰਦਾ ਹੈ। ਮਾਇਆ ਦੇ ਵਿੱਚ ਹੀ ਦੁਖੀ ਰਹਿੰਦਾ ਹੈ। ਤੇ ਮਾਇਆ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ, ਕਿਉਂਕਿ ਬਹੁਤ ਵਾਰੀ ਇਹ ਚੀਜ਼ ਰਿਪੀਟ ਕੀਤੀ ਜਾ ਚੁੱਕੀ ਹੈ। ਮਾਇਆ ਦਾ ਮਤਲਬ ਪੈਸਾ ਔਰ ਔਰਤ ਨਹੀਂ। ਮਾਇਆ ਦਾ ਮਤਲਬ ਸਾਡੀ ਸੋਚ, ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ। ਸਾਡੀ ਸੋਚ ਜੋ ਸਾਨੂੰ ਸੈਲਫਿਸ਼ ਬਣਾਉਂਦੀ ਹੈ। ਸਾਡੀ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਸ ਸੋਚ ਦੇ ਅੰਦਰ ਹੀ ਉਹ ਬੰਦਾ ਸੜਦਾ ਰਹਿੰਦਾ ਹੈ, ਜਿਹੜਾ ਕਹੀ ਜਾਂਦਾ ਹੈ ਪਰ ਅਮਲ ਨਹੀਂ ਕਰਦਾ। ਇਸ ਲਈ ਜੇ ਕੋਈ ਵੀ ਦੁਨੀਆ ਦਾ ਇਨਸਾਨ ਚਾਹੁੰਦਾ ਹੈ ਕਿ ਉਹ ਵਿਕਾਰਾਂ ਦੇ ਵਿੱਚ ਨਾ ਸੜੇ, ਉਹਨੂੰ ਇਸ ਸੋਚ ਤੋਂ ਬਾਹਰ ਆਉਣਾ ਚਾਹੀਦਾ ਹੈ। ਉਹਨੂੰ ਗੁਰੂ ਦੇ ਗਿਆਨ ਮੁਤਾਬਕ ਜੀਵਨ ਬਿਤਾਉਣਾ ਚਾਹੀਦਾ ਹੈ। ਉਹਨੂੰ ਆਪਣੇ ਅੰਦਰੋਂ ਸੈਲਫ ਐਨਾਲਿਸਿਸ ਆਪਣਾ ਕਰਨਾ ਚਾਹੀਦਾ ਹੈ ਔਰ ਸੱਚ ਦੇ ਨਾਲ ਜੁੜ ਜਾਣਾ ਚਾਹੀਦਾ ਹੈ। ਜੋ ਵੀ ਰੱਬੀ ਰਜਾ ਭਾਣੇ ਨੂੰ ਸਮਝੇਗਾ, ਉਹਨੂੰ ਸਾਰੀ ਸੂਝ ਮਿਲ ਜਾਏਗੀ ਸੰਸਾਰ ਭਰ ਦੀ, ਜੀਵਨ ਦੀ। ਔਰ ਕਿਹੜੀ ਸੂਝ ਮਿਲੇਗੀ? ਹੁਕਮੀ ਸਗਲ ਕਰੇ ਆਕਾਰ। ਸਾਰੇ ਜੀ ਜੰਤ ਪ੍ਰਭੂ ਦੇ ਹੁਕਮ ਵਿੱਚ ਪੈਦਾ ਹੋ ਰਹੇ ਨੇ। ਆਕਾਰ ਦਾ ਮਤਲਬ ਸਰੂਪ। ਜਿੰਨੇ ਵੀ ਜੀਵ ਜੰਤ ਨੇ ਜਾਂ ਜਿੰਨੇ ਵੀ ਆਕਾਰ ਨੇ, ਜੋ ਕੁਝ ਵੀ ਹੋਂਦ ਵਿੱਚ ਆ ਰਿਹਾ ਹੈ, ਚਾਹੇ ਉਹ ਜੀਵ ਜੰਤ ਨੇ, ਵਨਸਪਤੀ ਹੈ, ਪਸ਼ੂ ਪੰਛੀ ਨੇ, ਮਨੁੱਖ ਮਾਤਰ ਨੇ, ਧਰਤੀ ਚੰਦਰਮਾ ਆਕਾਸ਼ ਖੰਡ ਮੰਡਲ ਬ੍ਰਹਿਮੰਡ ਨੇ, ਜੋ ਵੀ ਆਕਾਰ ਹੈ, ਜੋ ਵੀ ਦਿਸਦਾ ਅਣਦਿਸਦਾ ਜਗਤ ਹੈ, ਉਹ ਹੁਕਮ ਦੇ ਅੰਦਰ ਹੋ ਰਿਹਾ ਹੈ, ਸਿਸਟਮ ਦੇ ਅੰਦਰ ਪੈਦਾ ਹੋ ਰਿਹਾ ਹੈ, ਨੇਮਾਂ ਔਰ ਨਿਯਮਾਵਲੀ ਦੇ ਅੰਦਰ ਪੈਦਾ ਹੋ ਰਿਹਾ ਹੈ। ਉਹਨੂੰ ਇਹ ਸਾਰੀ ਸੂਝ ਆ ਜਾਂਦੀ ਹੈ, ਜਿਹੜਾ ਗੁਰੂ ਦਰਸਾਏ ਮਾਰਗ ਤੇ ਚੱਲਣ ਦਾ ਯਤਨ ਕਰਦਾ ਹੈ, ਜੋ ਆਪਣੀ ਮੱਤ ਨੂੰ ਛੱਡ ਕੇ, ਹੋਰਨਾਂ ਦੀ ਗਾਈਡੈਂਸ ਨੂੰ ਛੱਡ ਕੇ ਰੱਬੀ ਹੁਕਮ ਨੂੰ ਸਮਝਣ ਦਾ ਯਤਨ ਕਰਦਾ ਹੈ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਕਾਮਨ ਸੈਂਸ ਦੇ ਨਾਲ ਸੋਚਦਾ ਹੈ, ਤਾਂ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਹੁਕਮ ਦੇ ਅੰਦਰ ਸਾਰੇ ਆਕਾਰ ਜੋ ਵੀ ਕੁਝ ਪੈਦਾ ਹੋ ਰਿਹਾ ਹੈ, ਹੁਕਮ ਸਿਸਟਮ ਦੇ ਅੰਦਰ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਇਹ ਚੀਜ਼ਾਂ ਜਪਜੀ ਸਾਹਿਬ ਜੀ ਦੇ ਵਿੱਚ ਬੜੀ ਵਿਸਥਾਰ ਦੇ ਨਾਲ ਸਾਨੂੰ ਸਮਝਾ ਦਿੱਤੀਆਂ ਗਈਆਂ ਨੇ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ।
ਤਾਂ ਹੁਕਮ ਦੇ ਅੰਦਰ ਸਾਰੇ ਆਕਾਰ ਨੇ, ਹੁਕਮ ਦੇ ਅੰਦਰ ਸਾਰੇ ਜੀਵ ਜੰਤ ਨੇ, ਹੁਕਮ ਤੋਂ ਬਾਹਰ ਕੁਝ ਨਹੀਂ, ਸਿਸਟਮ ਤੋਂ ਬਾਹਰ ਕੁਝ ਨਹੀਂ। ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਕੇ ਮੰਨਾਂਗੇ ਨਾ, ਤਾਂ ਫਿਰ ਜਿਹੜੀਆਂ ਵਾਰ ਸਰਾਫ ਦੀਆਂ ਕਹਾਣੀਆਂ ਸਾਡੇ ਅੰਦਰ ਭਰੀਆਂ ਗਈਆਂ ਨੇ ਉਹ ਨਿਕਲ ਜਾਣਗੀਆਂ ਕਿ ਕਿਸੇ ਬਾਬੇ ਦੇ ਵਰ ਦੇ ਨਾਲ ਬੱਚੇ ਹੋ ਜਾਂਦੇ ਨੇ ਜਾਂ ਵਰ ਦੇ ਨਾਲ ਲੰਗਰ ਨਹੀਂ ਮੁੱਕਦਾ। ਉਹ ਸਾਰੇ ਵਹਿਮ ਸਾਡੇ ਨਿਕਲ ਜਾਣਗੇ, ਕਿਉਂਕਿ ਸਿਸਟਮ ਤੋਂ ਬਾਹਰ ਕੁਝ ਨਹੀਂ ਹੈ। ਆਪੇ ਜਾਣੈ ਸਰਬ ਵਿਚਾਰ, ਸਭ ਜੀਵਾਂ ਬਾਰੇ ਵਿਚਾਰਾਂ ਆਪ ਜਾਣਦਾ ਹੈ। ਕੋਈ ਸਾਡੀ ਵਿਚਾਰ ਐਸੀ ਨਹੀਂ ਕਿ ਜਿਹਨੂੰ ਰੱਬ ਨਾ ਜਾਣਦਾ ਹੋਵੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਉੱਤੇ ਬੈਠਾ ਰੱਬ ਜਾਣ ਰਿਹਾ ਹੈ ਕੋਈ ਵੱਖਰਾ, ਸਾਡੇ ਅੰਦਰ ਹੀ ਬੈਠਾ ਹੋਇਆ ਹੈ, ਮੇਰੇ ਅੰਦਰ ਬੈਠਾ ਹੈ, ਤੁਹਾਡੇ ਅੰਦਰ ਬੈਠਾ ਹੈ, ਤੇ ਮੇਰੀਆਂ ਸਾਰੀਆਂ ਵਿਚਾਰਾਂ ਨੂੰ ਮੇਰਾ ਅੰਦਰਲਾ ਜਾਣ ਰਿਹਾ ਹੈ। ਤੁਹਾਡੀਆਂ ਜੋ ਵਿਚਾਰਾਂ ਨੇ ਤੁਹਾਡਾ ਅੰਦਰਲਾ ਜਾਣ ਰਿਹਾ ਹੈ ਕਿ ਤੁਹਾਡੇ ਅੰਦਰ ਕੀ ਵਿਚਾਰ ਚੱਲ ਰਹੀ ਹੈ। ਤੁਹਾਡੇ ਤੋਂ ਤਾਂ ਨਹੀਂ ਨਾ ਛਿਪੀ ਹੋਈ ਕਿ ਤੁਹਾਡੇ ਅੰਦਰ ਇਸ ਵਕਤ ਪ੍ਰੇਮ ਹੈ, ਈਰਖਾ ਹੈ, ਹੰਕਾਰ ਹੈ, ਨਿਮਰਤਾ ਹੈ। ਇਹਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਮੇਰੇ ਅੰਦਰ ਜੋ ਭਾਵਨਾਵਾਂ ਇਸ ਵਕਤ ਚੱਲ ਰਹੀਆਂ ਨੇ, ਮੈਂ ਤਾਂ ਉਹਨਾਂ ਨੂੰ ਜਾਣ ਰਿਹਾ ਨਾ, ਤੁਸੀਂ ਬੇਸ਼ੱਕ ਨਾ ਜਾਣੋ। ਤਾਂ ਹਰ ਇੱਕ ਦੇ ਅੰਦਰ ਬੈਠਾ ਪ੍ਰਭੂ ਜੋ ਸਾਡਾ ਆਪਣਾ ਆਪਾ ਹੈ, ਉਹ ਹਰ ਵਿਚਾਰ ਨੂੰ ਜਾਣ ਰਿਹਾ ਹੈ। ਤੇ ਜੇ ਅਸੀਂ ਇਸ ਚੀਜ਼ ਨੂੰ ਸਮਝੀਏ ਨਾ ਥੋੜਾ ਜਿਹਾ ਡੀਪਲੀ, ਜਾਂ ਇਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਅਪਣਾ ਕੇ ਦੇਖੀਏ, ਤਾਂ ਸਾਨੂੰ ਆਪਣੇ ਦੁੱਖਾਂ ਸੁੱਖਾਂ ਦੇ ਕਾਰਨਾਂ ਦਾ ਪਤਾ ਲੱਗ ਜਾਏਗਾ। ਜਿਵੇਂ ਅਸੀਂ ਦੂਜਿਆਂ ਬਾਰੇ ਜੱਜ ਬਣਦੇ ਆ ਨਾ ਕਿ ਫਲਾਂ ਬੰਦੇ ਦੀ ਜ਼ਿੰਦਗੀ ਵਿੱਚ ਦੁੱਖ ਤਾਂ ਆਇਆ, ਉਹਨੇ ਇਹ ਕੰਮ ਕੀਤਾ ਹੈ, ਉਹਨੂੰ ਇਹ ਨਹੀਂ ਸੀ ਕਰਨਾ ਚਾਹੀਦਾ, ਇੰਜ ਕਰਨਾ ਚਾਹੀਦਾ ਸੀ, ਏਦਾਂ ਹੋਣਾ ਚਾਹੀਦਾ ਸੀ, ਉਹ ਹੋਣਾ ਚਾਹੀਦਾ ਸੀ, ਕਹਿੰਦੇ ਆ ਨਾ ਅਸੀਂ। ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਨਹੀਂ ਕਹਿਣਾ ਚਾਹੀਦਾ। ਜੇ ਕਿਸੇ ਨੂੰ ਸਲਾਹ ਦੇਣੀ ਹੈ ਤਾਂ ਕਹਿਣਾ ਚਾਹੀਦਾ ਹੈ, ਲੇਕਿਨ ਦੂਜਿਆਂ ਵਾਸਤੇ ਨਾ ਸਾਰਾ ਕੁਝ ਹੋਏ। ਆਪਣੇ ਵਾਸਤੇ ਵੀ ਜੇ ਅਸੀਂ ਵਿਚਾਰ ਕਰੀਏ ਕਿ ਮੈਨੂੰ ਕੀ ਨਹੀਂ ਸੀ ਬੋਲਣਾ ਚਾਹੀਦਾ ਔਰ ਮੈਨੂੰ ਕੀ ਬੋਲਣਾ ਚਾਹੀਦਾ ਸੀ, ਮੈਨੂੰ ਕੀ ਨਹੀਂ ਸੀ ਸੋਚਣਾ ਚਾਹੀਦਾ ਔਰ ਕੀ ਸੋਚਣਾ ਚਾਹੀਦਾ, ਮੇਰੀ ਜ਼ਿੰਦਗੀ ਵਿੱਚ ਕਿਹੜੀਆਂ ਗਲਤੀਆਂ ਨੇ, ਕਿਹੜੇ ਔਗਣ ਨੇ ਔਰ ਕਿਹੜੇ ਗੁਣ ਹੋਣੇ ਚਾਹੀਦੇ ਨੇ, ਕਿਹੜੇ ਮੇਰੇ ਵਿੱਚ ਨਹੀਂ ਹੋਣੇ ਚਾਹੀਦੇ, ਕਿੱਥੇ ਮੈਂ ਗਲਤ ਹਾਂ, ਮੇਰੀ ਜ਼ਿੰਦਗੀ ਦਾ ਗੋਲ ਕੀ ਹੈ। ਜਦੋਂ ਅਸੀਂ ਇਹਨਾਂ ਵਿਚਾਰਾਂ ਨੂੰ ਵੇਖਾਂਗੇ ਨਾ, ਆਪਣਿਆਂ ਵਿਚਾਰਾਂ ਨੂੰ, ਕਿ ਮੇਰੇ ਅੰਦਰ ਕੀ ਵਿਚਾਰ ਚੱਲ ਰਹੇ ਨੇ, ਕੀ ਬਦਲਾਵ ਦੀ ਲੋੜ ਹੈ, ਫਿਰ ਸਾਡੇ ਜੀਵਨ ਦੇ ਅੰਦਰ ਵਿਕਾਸ ਹੋਏਗਾ, ਫਿਰ ਸਾਡੇ ਜੀਵਨ ਵਿੱਚ ਵਿਕਾਸਤਾ ਦੀ ਸੰਭਾਵਨਾ ਹੋਏਗੀ। ਫਿਰ ਅਸੀਂ ਨੈਗੇਟਿਵ ਤੋਂ ਪੋਜ਼ਿਟਿਵ ਹੋਣ ਦੇ ਰਾਹ ਤੇ ਤੁਰਾਂਗੇ। ਫਿਰ ਅਸੀਂ ਢਹਿੰਦੀ ਕਲਾ ਤੋਂ ਚੜ੍ਹਦੀ ਕਲਾ ਵਿੱਚ ਜਾਵਾਂਗੇ। ਫਿਰ ਅਸੀਂ ਪਤਿਤ ਤੋਂ ਪਾਵਨ ਹੋਵਾਂਗੇ, ਨੀਵਿਆਂ ਤੋਂ ਉੱਚੇ ਹੋਵਾਂਗੇ, ਔਰ ਅਸੀਂ ਉਸ ਰੱਬ ਦਾ ਰੂਪ ਹੋ ਜਾਵਾਂਗੇ। ਜੇ ਅਸੀਂ ਇਸ ਚੀਜ਼ ਨੂੰ ਸਮਝ ਲਈਏ ਕਿ ਹਰ ਇੱਕ ਦੇ ਅੰਦਰ ਬੈਠਾ ਹੋਇਆ ਉਹ ਹਰ ਵਿਚਾਰ ਨੂੰ ਜਾਣਦਾ ਹੈ, ਕੋਈ ਵੀ ਵਿਚਾਰ ਜਿਹੜੀ ਹੈ ਛਿਪੀ ਹੋਈ ਨਹੀਂ ਹੈ। ਅੱਖਰ ਨਾਨਕ ਅਖਿਓ ਆਪ, ਇਸ ਪੰਕਤੀ ਦੇ ਵਿਦਵਾਨਾਂ ਨੇ ਦੋ ਤਰ੍ਹਾਂ ਅਰਥ ਕੀਤੇ ਨੇ। ਅੱਖਰ ਦਾ ਅਰਥ ਅੱਖਰ ਹੀ ਕੀਤਾ ਹੈ, ਤੇ ਅਖਿਓ ਦਾ ਅਰਥ ਕੀਤਾ ਹੈ ਆਖਿਆ, ਤੇ ਇਸ ਦਾ ਅਰਥ ਕੀਤਾ ਹੈ ਕਿ ਵਾਹਿਗੁਰੂ ਨੇ ਇਹ ਅੱਖਰ ਆਪ ਆਖਿਆ ਹੈ। ਲੇਕਿਨ ਭਾਈ ਸਾਹਿਬ ਸਿੰਘ ਜੀ ਜੋ ਅਰਥ ਕਰ ਰਹੇ ਨੇ ਉਹ ਜ਼ਿਆਦਾ ਬੈਟਰ ਹੈ। ਅਖਰ ਦਾ ਮਤਲਬ ਹੁੰਦਾ ਹੈ ਜਿਹੜਾ ਖਰੇ ਨਾ, ਖਤਮ ਨਾ ਹੋਵੇ। ਅਖਰ, ਅੱਖਰ ਨਹੀਂ, ਅਖਰ। ਖਰ ਦਾ ਮਤਲਬ ਖਰ ਜਾਣ ਵਾਲਾ, ਖਤਮ ਹੋ ਜਾਣ ਵਾਲਾ, ਤੇ ਅਖਰ ਦਾ ਮਤਲਬ ਜੋ ਅਬਿਨਾਸ਼ੀ ਹੈ, ਤੇ ਅਖਿਓ ਦਾ ਮਤਲਬ ਵੀ ਅਬਿਨਾਸ਼ੀ ਹੈ। ਅੱਖਰ ਅਖਿਓ ਆਪ, ਯਾਨੀ ਉਹ ਆਪ ਅਬਿਨਾਸ਼ੀ ਹੀ ਅਬਿਨਾਸ਼ੀ ਹੈ। ਤਾਂ ਇਸ ਦਾ ਅਰਥ ਜਿਹੜਾ ਹੈ ਜੋ ਭਾਈ ਸਾਹਿਬ ਸਿੰਘ ਜੀ ਕਰ ਰਹੇ ਨੇ, ਮੈਂ ਉਹ ਆਪ ਦੇ ਸਾਹਮਣੇ ਰੱਖਾਂ ਕਿ हे ਨਾਨਕ, ਜਿਸ ਮਨੁੱਖ ਨੂੰ ਉਸ ਅਬਿਨਾਸ਼ੀ ਤੇ ਅਖੇ ਪ੍ਰਭੂ ਪਾਸੋਂ ਸੂਝ-ਬੂਝ ਦੀ ਦਾਤ ਮਿਲੀ ਹੈ। ਅੱਖਰ ਦਾ ਮਤਲਬ ਅਬਿਨਾਸ਼ੀ, ਅਖੈ ਨਾਸ਼ ਨਾ ਹੋਣ ਵਾਲਾ, ਜਿਹਨੂੰ ਉਸ ਤੋਂ ਸੂਝ-ਬੂਝ ਮਿਲੀ, ਜੋ ਉਸ ਪ੍ਰਭੂ ਦੇ ਹੁਕਮ ਰਜ਼ਾ ਵਿੱਚ ਚੱਲਿਆ, ਉਹਦਾ ਰਿਜ਼ਲਟ ਕੀ ਨਿਕਲਿਆ? ਲਹਿ ਭਰਾਂਤ ਹੋਵੇ ਜਿਸ ਦਾਤ। ਇਹਨੂੰ ਭਰਾਤ ਨਹੀਂ ਪੜਨਾ। ਭਰਾਤ ਦੇ ਮੀਨਿੰਗ ਬਣ ਜਾਣਗੇ ਇੱਕ ਤੇ ਭਰਾਤਾ, ਭਰਾ, ਦੂਜਾ ਭਰਨਾ। ਇੱਥੇ ਭਰਾਂਤ, ਭ੍ਰਾਂਤੀ, ਭਰਮ, ਇਸ ਦਾ ਉਚਾਰਨ ਹੋਏਗਾ ਲਹਿ ਭਰਾਂਤ ਹੋਵੇ ਜਿਸ ਦਾਤ। ਜਿਸ ਦੇ ਉੱਤੇ ਰੱਬ ਦੀ ਦਾਤ ਹੁੰਦੀ ਨਾ, ਅੱਖਰ ਨਾਨਕ ਅਖਿਓ ਆਪ, ਜਿਸ ਦੇ ਉੱਤੇ ਅੱਖਰ ਪ੍ਰਭੂ ਦੀ ਦਾਤ ਹੈ, ਬਖਸ਼ਿਸ਼ ਹੈ, ਲਹਿ ਭਰਾਂਤ,
ਉਹਦੇ ਜੀਵਨ ਦੀ ਭ੍ਰਾਂਤੀ ਲੈ ਜਾਂਦੀ ਹੈ। ਭ੍ਰਾਂਤੀ ਦਾ ਮਤਲਬ ਭਟਕਣਾ ਮੁੱਕ ਜਾਂਦੀ ਹੈ, ਉਹਦੀ ਕਨਫਿਊਜ਼ਨ ਖਤਮ ਹੋ ਜਾਂਦੀ ਹੈ, ਉਹਨੂੰ ਸੱਚ ਦੀ ਸਮਝ ਆ ਜਾਂਦੀ ਹੈ ਕਿ ਸੱਚ ਕੀ ਹੈ। ਉਹ ਅਸਲੀਅਤ ਨੂੰ ਜਾਣ ਲੈਂਦਾ ਹੈ, ਉਹਦਾ ਮਨ ਸੱਚ ਦੇ ਉੱਤੇ ਟਿਕ ਜਾਂਦਾ ਹੈ, ਮਨ ਵਚਨ ਕਰਮ ਕਰਕੇ ਸੱਚ ਦੇ ਅੰਦਰ ਉਹ ਸਮਾ ਜਾਂਦਾ ਹੈ। ਉਹਦਾ ਮਨ ਫਿਰ ਆਪਣੇ ਗੋਲ ਤੋਂ ਇਧਰ ਉਧਰ ਭਟਕਦਾ ਨਹੀਂ, ਉਹਦਾ ਮਨ ਰੱਬੀ ਰਜ਼ਾ ਤੋਂ ਉਲਟ ਕਰਨ ਵਾਸਤੇ ਕੁਝ ਵੀ ਸੋਚਦਾ ਵੀ ਨਹੀਂ, ਕਿਉਂਕਿ ਉਹਨੂੰ ਸਮਝ ਹੈ ਰੱਬੀ ਰਜ਼ਾ ਤੋਂ ਉਲਟ ਕੁਝ ਨਹੀਂ ਹੋ ਸਕਦਾ। ਤਾਂ ਜਿਹਦੇ ਤੇ ਰੱਬ ਦੀ ਰਹਿਮਤ ਹੁੰਦੀ ਹੈ, ਜਿਹਨੂੰ ਇਹ ਸੂਝ-ਬੂਝ ਮਿਲਦੀ ਹੈ, ਉਹਦੀ ਭ੍ਰਾਂਤੀ, ਉਹਦੀ ਭਟਕਣਾ ਮੁੱਕ ਜਾਂਦੀ ਹੈ। ਤਾਂ ਜੇ ਸਾਡੀ ਜ਼ਿੰਦਗੀ ਵਿੱਚ ਵੀ ਕਿਤੇ ਭਟਕਣਾ ਹੈ, ਕਿਤੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ, ਭੁਲੇਖਿਆਂ ਵਿੱਚ ਪੈ ਜਾਂਦੇ ਹਾਂ, ਜਾਂ ਜ਼ਿੰਦਗੀ ਵਿੱਚ ਕਿਤੇ ਦੁਖਾਂਤ ਵਾਪਰਦਾ ਹੈ, ਤਾਂ ਸਾਨੂੰ ਫਿਰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਅਸੀਂ ਕਿਵੇਂ ਸੱਚ ਨਾਲ ਜੁੜ ਸਕਦੇ ਹਾਂ। ਜੇ ਰੱਬੀ ਰਜ਼ਾ ਵਿੱਚ ਤੁਰੀਏ, ਇਹਦਾ ਮਤਲਬ ਅਸੀਂ ਰਜ਼ਾ ਤੋਂ ਕਿਤੇ ਬਾਹਰ ਹਾਂ, ਹੁਕਮ ਤੋਂ ਕਿਤੇ ਉਲਟ ਹਾਂ, ਸਿਸਟਮ ਤੋਂ ਕਿਤੇ ਉਲਟ ਕਰ ਰਹੇ ਹਾਂ। ਤਾਂ ਭ੍ਰਾਂਤੀ ਖਤਮ ਕਰਨ ਵਾਸਤੇ ਇੱਕੋ ਹੀ ਗੱਲ ਹੈ ਕਿ ਆਪਣੀ ਜ਼ਿੰਦਗੀ ਦਾ ਗੋਲ ਬਣਾਇਆ ਜਾਏ ਕਿ ਅਸੀਂ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ ਹੈ। ਜਦੋਂ ਅਸੀਂ ਐਸਾ ਜੀਵਨ ਜੀਵਾਂਗੇ, ਭਟਕਣਾ ਮੁੱਕ ਜਾਏਗੀ, ਸੱਚ ਦੇ ਉੱਤੇ ਬੰਦੇ ਦਾ ਮਨ ਜੁੜ ਜਾਏਗਾ, ਉਹ ਆਪਣੇ ਗੋਲ ਦੇ ਉੱਤੇ ਪਹੁੰਚ ਪਾਏਗਾ। ਹਉ ਢਾਢੀ ਵੇਕਾਰ ਕਾਰੈ ਲਾਇਆ, ਇਹਨੂੰ ਢਾਡੀ ਡੀ ਨਹੀਂ ਪੜਨਾ। ਆਮ ਕਰਕੇ ਅਸੀਂ ਢਾਡੀ ਬੋਲਦੇ ਹਾਂ, ਜਦੋਂ ਢਾਡੀ ਬੋਲਾਂਗੇ ਨਾ ਤਾਂ ਪਿਛਲਾ ਢੱਡਾ ਜਿਹੜਾ ਨਾ ਡੀ ਬੋਲ ਜਾਏਗਾ, ਡੀ ਦ ਡੱਡਾ। ਇਹਨੂੰ ਢਾ ਕਰਕੇ ਬੋਲਾਂਗੇ ਢਾਢੀ। ਜਿਵੇਂ ਹਿੰਦੀ ਦਾ ਢਹਿ ਨਹੀਂ ਹੁੰਦਾ, ਢਹਿ ਸੇ ਢੱਕਣ, ਪਿਛਲੇ ਢੱਡੇ ਨੂੰ ਐਵੇਂ ਬੋਲੋਗੇ ਤਾਂ ਬੜਾ ਸੁੰਦਰ ਉਚਾਰਨ ਹੋ ਜਾਏਗਾ। ਇਹਨੂੰ ਹਉ ਨਹੀਂ ਪੜਨਾ, ਹਉ। ਹਉ ਢਾਢੀ ਵੇਕਾਰ ਕਾਰੈ ਲਾਇਆ, ਮੈਂ ਬੇਕਾਰ ਸੀ, ਵਿਅਰਥ ਕੰਮ ਕਰਦਾ ਸੀ, ਬੇਕਾਰ ਦੇ ਕੰਮ ਕਰ ਰਿਹਾ ਸੀ। ਕਿਹੜੇ ਬੇਕਾਰ ਦੇ ਕੰਮ? ਜਿਵੇਂ ਦੇਸ਼ ਛੋੜ ਪਰਦੇਸੈਂ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ। ਇਹ ਸਾਰੇ ਬੇਕਾਰ ਦੇ ਕੰਮ ਸਨ, ਇਹਨਾਂ ਚੋਂ ਰਿਜ਼ਲਟ ਤੇ ਕੁਝ ਵੀ ਨਹੀਂ ਨਿਕਲਿਆ। ਪਾਗੂ ਪੇਤਾਣਾ, ਮੈਂ ਨੰਗੇ ਪੈਰੀ ਯਾਤਰਾ ਕਰਨ ਨੂੰ ਧਰਮ ਸਮਝਦਾ ਸੀ ਕਿ ਨੰਗੇ ਪੈਰੀ ਜੇ ਮੈਂ ਜਾਵਾਂਗਾ ਯਾਤਰਾ ਕਰਨ ਤਾਂ ਮੈਨੂੰ ਬਹੁਤ ਵੱਡਾ ਫਲ ਮਿਲੇਗਾ। ਬੇਕਾਰ ਦਾ ਕੰਮ ਸੀ ਨਾ। ਪਾਗੂ ਪੇਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ, ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਰਹੇ ਬਿਬਾਣੀ, ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਇਹ ਬੇਕਾਰ ਦੇ ਕੰਮ ਹੀ ਸਨ। ਕਿੰਨੇ ਸਾਰੇ ਬੇਕਾਰ ਦੇ ਕੰਮ ਸਨ। ਮੈਂ ਐਵੇਂ ਹੀ ਫੋਟੋਆਂ ਅੱਗੇ ਧੂਫਾਂ ਦਿਖਾਉਂਦਾ ਫਿਰਦਾ, ਸ਼ਾਇਦ ਫੋਟੋਆਂ ਅੱਗੇ ਧੂਫਾਂ ਦਿਖਾਉਣ ਦੇ ਨਾਲ ਹੀ ਮੇਰੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਆ ਜਾਏ। ਲੇਕਿਨ ਮੈਨੂੰ ਬੇਕਾਰ ਨੂੰ ਪ੍ਰਭੂ ਨੇ ਢਾਡੀ ਬਣਾ ਦਿੱਤਾ। ਢਾਡੀ ਦਾ ਮਤਲਬ ਸਿਫਤ ਸਲਾਹ ਕਰਨ ਵਾਲਾ। ਕਾਰੈ ਲਾਇਆ, ਮੈਨੂੰ ਕਾਰ ਵਿੱਚ ਲਾ ਦਿੱਤਾ। ਮੈਂ ਵਿਹਲਾ ਸਾਂ, ਮੈਨੂੰ ਢਾਡੀ ਬਣਾ ਕੇ ਪ੍ਰਭੂ ਨੇ ਅਸਲ ਕੰਮ ਵਿੱਚ ਲਾਤਾ। ਤੇ ਉਹ ਅਸਲ ਕੰਮ ਕਿਹੜਾ ਹੈ? ਸਿਫਤ ਸਲਾਹ ਕਰਨਾ, ਗੁਣ ਗਾਣਾ, ਗੁਣਾਂ ਦੇ ਧਾਰਨੀ ਹੋਣਾ, ਸੱਚ ਬੋਲਣਾ, ਸੱਚ ਸੁਣਨਾ, ਸੱਚ ਵੇਖਣਾ, ਸੱਚ ਕਮਾਣਾ, ਸੱਚ ਦਾ ਸੰਗ੍ਰਹਿਣ ਕਰਨਾ, ਦਇਆ, ਪ੍ਰੇਮ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ ਵਾਲੀ ਜ਼ਿੰਦਗੀ ਜੀਣੀ। ਮੈਨੂੰ ਇਸ ਕੰਮ ਵਿੱਚ ਲਾਤਾ। ਮੈਂ ਬੇਕਾਰ ਦੇ ਕੰਮਾਂ ਵਿੱਚ ਲੱਗਾ ਹੋਇਆ ਸੀ ਨਾ। ਆਮ ਬੰਦਾ ਲੱਗਾ ਹੋਇਆ ਹੈ। ਈਰਖਾ, ਦਵੇਸ਼, ਵੈਰ, ਵਿਰੋਧ, ਇਹਨਾਂ ਚੀਜ਼ਾਂ ਦਾ ਕੀ ਲਾਭ ਹੈ? ਕੋਈ ਨੁਕਸਾਨ ਹੀ ਹੈ ਨਾ। ਬੇਕਾਰ ਦੇ ਕੰਮਾਂ ਵਿੱਚ ਬੰਦਾ ਲੱਗਾ ਹੋਇਆ ਹੈ। ਤੇ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਜਦੋਂ ਮੈਂ ਆਇਆ ਨਾ, ਜਦੋਂ ਮੈਂ ਗੁਰੂ ਦੇ ਸ਼ਰਨਾਂ ਵਿੱਚ ਆਇਆ, ਜਿਨ ਗੁਰੂ ਨਾਨਕ ਦੇਓ ਤਿਨ ਕੋ ਕਿਆ ਉਪਦੇਸ਼ੀਏ, ਜਿਨ ਗੁਰ ਨਾਨਕ ਦੇਓ। ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ ਤਾਂ ਗੁਰੂ ਨੇ ਮੈਨੂੰ ਬੇਕਾਰ ਨੂੰ, ਬੇਕਾਰ ਕੰਮਾਂ ਵਿੱਚ ਲੱਗੇ ਹੋਏ ਨੂੰ ਢਾਡੀ ਬਣਾ ਕੇ ਸਿਫਤ ਸਲਾਹ ਵਿੱਚ ਲਾ ਦਿੱਤਾ। ਸੱਜਣ ਲੱਗਾ ਸੀ ਨਾ ਬੇਕਾਰ ਦੇ ਕੰਮਾਂ ਵਿੱਚ, ਲੋਕਾਂ ਨੂੰ ਲੁੱਟਣਾ, ਉਹਨੂੰ ਢਾਡੀ ਬਣਾ ਕੇ, ਸਿਫਤ ਸਲਾਹ ਕਰਨ ਵਾਲਾ ਬਣਾ ਕੇ ਰੱਬ ਦੀ ਸਿਫਤ ਸਲਾਹ ਵਿੱਚ ਲਾ ਦਿੱਤਾ। ਕੌਡੇ ਭੀਲ ਨੂੰ ਲਾ ਦਿੱਤਾ, ਭੂਮੀਏ ਨੂੰ ਲਗਾ ਦਿੱਤਾ। ਹਜ਼ਾਰਾਂ ਲੋਕ ਅੱਜ ਵੀ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਏਗਾ, ਅੱਜ ਵੀ ਗੁਰੂ ਉਹਨੂੰ ਬੇਕਾਰ ਕੰਮਾਂ ਦੇ ਵਿੱਚੋਂ ਉਹਦਾ ਖਿਹੜਾ ਛਡਾ ਕੇ ਸੱਚ ਦੇ ਨਾਲ ਜੋੜ ਦੇਣਗੇ। ਕਿ ਕਿਉਂ ਆਪਣਾ ਟਾਈਮ ਵਿਅਰਥ ਕਰ ਰਹੇ ਹੋ ਈਰਖਾ, ਦਵੇਸ਼, ਵੈਰ, ਵਿਰੋਧ ਵਿੱਚ, ਆ ਕਰਮ ਕਾਂਡ ਕਰਨ ਵਿੱਚ, ਤੀਰਥਾਂ ਤੇ ਨਹਾਉਣ ਵਿੱਚ, ਸਮਾਧੀਆਂ ਲਾਉਣ ਵਿੱਚ ਕਿਉਂ ਟਾਈਮ ਬੇਕਾਰ ਕਰ ਰਹੇ ਹੋ? ਡਾਇਰੈਕਟ ਸੱਚ ਦੇ ਨਾਲ ਜੁੜੋ, ਸੱਚੀ ਸੁੱਚੀ ਜ਼ਿੰਦਗੀ ਜੀਵੋ। ਹਉ ਢਾਢੀ ਵੇਕਾਰ ਕਾਰੈ ਲਾਇਆ। ਇਹ ਕੰਮ ਕਿੰਨਾ ਚਿਰ ਕਰਨਾ ਹੈ?
10 ਮਿੰਟ 15 ਮਿੰਟ ਗੁਰੂ ਜੀ ਕਹਿੰਦੇ ਨੇ ਰਾਤ ਦਿਹ ਕੈ ਵਾਰ ਤੁਰੋਂ ਫਰਮਾਇਆ। ਵਾਰ ਦਾ ਮਤਲਬ ਸਿਫਤ ਸਲਾਹ ਦੀ ਬਾਣੀ, ਜਿਵੇਂ ਅਸੀਂ ਵਾਰ ਮਾਝ ਕੀ ਵਾਰ ਦੀ ਵਿਚਾਰ ਕਰ ਰਹੇ ਹਾਂ ਨਾ, ਜਿਵੇਂ ਪੌੜੀਆਂ ਵਾਰ, ਤਾਂ ਵਾਰ ਦਾ ਮਤਲਬ ਸਿਫਤ ਸਲਾਹ ਦੀ ਬਾਣੀ। ਰਾਤ ਦਿਹ ਕੈ ਵਾਰ, ਰਾਤ ਦਿਹ ਦਾ ਮਤਲਬ ਦਿਨੇ ਰਾਤ, ਧੁਰੋਂ ਫਰਮਾਇਆ ਦਾ ਮਤਲਬ ਧੁਰ ਤੋਂ। ਧੁਰ ਦਾ ਮਤਲਬ ਇਹ ਨਹੀਂ ਕਿ ਰੱਬ ਦੀ ਉੱਤੇ ਕੋਈ ਦਰਗਾਹ ਤੋਂ, ਧੁਰ ਦਾ ਮਤਲਬ ਸ਼ੁਰੂ ਤੋਂ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉੱਥੇ ਨਾ ਲਿਖਿਆ ਨਾਲ, ਵੀ ਜਦ ਤੋਂ ਇਹ ਕਾਇਨਾਤ ਬਣੀ ਹੈ, ਇੱਥੇ ਧੁਰ ਦਾ ਮਤਲਬ ਵੀ ਧੁਰ ਤੋਂ, ਸ਼ੁਰੂ ਤੋਂ, ਜਦੋਂ ਤੋਂ ਕਾਇਨਾਤ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਇਹ ਨਿਯਮ ਹੈ ਕਿ ਰਾਤ ਦੀ ਹੈ ਕਿ ਵਾਰ, ਕਿ ਦਿਨ ਰਾਤ ਸਾਨੂੰ ਸਿਫਤ ਸਲਾਹ ਕਰਨੀ ਚਾਹੀਦੀ ਹੈ। ਯਾਨੀ ਜਿਹੜੀ ਅਸੀਂ ਜ਼ਿੰਦਗੀ ਜੀ ਰਹੇ ਹਾਂ, ਸੱਚ ਦੇ ਨਾਲ ਜੁੜ ਕੇ ਜੀਣੀ ਚਾਹੀਦੀ ਹੈ। ਦਇਆ, ਪ੍ਰੇਮ, ਮੁਹੱਬਤ ਵਾਲੇ ਕੰਮ ਕਰਨੇ ਚਾਹੀਦੇ ਨੇ। ਇੱਕ ਪਲ ਵੀ ਈਰਖਾ, ਦਵੇਸ਼, ਵੈਰ, ਵਿਰੋਧ, ਚੋਰੀਆਂ ਜਾਂ ਬੇਈਮਾਨੀਆਂ, ਠੱਗੀਆਂ ਨਹੀਂ ਕਰਨੀਆਂ ਚਾਹੀਦੀਆਂ। ਨਸ਼ਾ ਵਗੈਰਾ ਵਿੱਚ ਨਹੀਂ ਖਚਤ ਹੋਣਾ ਚਾਹੀਦਾ। ਰਾਤ ਦੇਹ ਦਾ ਮਤਲਬ ਹਰ ਵਕਤ, ਦਿਨ ਰਾਤ, ਮੁਕੰਮਲ ਜ਼ਿੰਦਗੀ। ਵਾਰ ਦਾ ਮਤਲਬ ਸਿਫਤ ਸਲਾਹ ਕਰਨੀ ਚਾਹੀਦੀ ਹੈ ਕਿ ਲਗਾਤਾਰ, ਕੰਟੀਨਿਊ, ਦਿਨ ਰਾਤ, ਸਾਰੀ ਦੀ ਸਾਰੀ ਜ਼ਿੰਦਗੀ ਗੁਣਾਂ ਦੇ ਧਾਰਨੀ ਹੋ ਕੇ ਰਹਿਣਾ। ਤੇ ਜਿਹੜਾ ਫਿਰ ਗੁਣਾਂ ਦਾ ਧਾਰਨੀ ਹੋਏਗਾ, ਦੇਖੋ ਪਹਿਲੀ ਪੰਕਤੀ ਕਿ ਮੈਨੂੰ ਢਾਡੀ ਬਣਾ ਕੇ ਸਿਫਤ ਸਲਾਹ ਵਿੱਚ ਲਾ ਦਿੱਤਾ। ਦੂਜੀ ਗੱਲ ਇਹ ਸਮਝਾਈ ਕਿ ਸਾਰੀ ਜ਼ਿੰਦਗੀ ਸਿਫਤ ਸਲਾਹ ਦੇ ਵਿੱਚ ਜੀਣੀ ਹੈ। ਤੇ ਜਿਹੜਾ ਸਾਰੀ ਜ਼ਿੰਦਗੀ ਹਰ ਪਲ ਸਿਫਤ ਸਲਾਹ ਦੇ ਵਿੱਚ ਜੀਵੇਗਾ, ਉਹਦਾ ਰਿਜ਼ਲਟ ਕੀ ਨਿਕਲੇਗਾ? ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਖਸਮ ਦਾ ਮਤਲਬ ਖਸਮ ਨੇ। ਮੈਨੂੰ, ਢਾਡੀ ਨੂੰ, ਜਦੋਂ ਮੈਂ ਸਿਫਤ ਸਲਾਹ ਦੇ ਵਿੱਚ ਲੱਗਾ ਤਾਂ ਖਸਮ ਨੇ ਆਪਣੇ ਸੱਚੇ ਮਹਿਲ ਵਿੱਚ ਬੁਲਾ ਲਿਆ, ਆਪਣੀ ਗੋਦ ਵਿੱਚ ਬੁਲਾ ਲਿਆ, ਆਪਣੀ ਹਜ਼ੂਰੀ ਵਿੱਚ ਬੁਲਾ ਲਿਆ। ਭਾਵ ਕਿ ਮੈਂ ਉਸ ਪ੍ਰਭੂ ਦੇ ਅੰਦਰ ਲੀਨ ਹੋ ਗਿਆ, ਮੈਨੂੰ ਪ੍ਰਭੂ ਦਾ ਦਰ ਪ੍ਰਾਪਤ ਹੋ ਗਿਆ। ਕੋਈ ਵੀ ਸ਼ਬਦ ਵਰਤ ਲਓ, ਕਿਉਂਕਿ ਸ਼ਬਦਾਵਲੀ ਹੈ ਨਾ, ਜੇ ਅਸੀਂ ਸ਼ਬਦਾਵਲੀ ਦੀ ਚੀਰ-ਫਾੜ ਕਰਾਂਗੇ ਤਾਂ ਫਿਰ ਤਾਂ ਕੁਝ ਹੋਰ ਦਾ ਹੋਰ ਹੀ ਬਣੀ ਜਾਂਦਾ ਹੈ। ਇਹਦੇ ਪਿੱਛੇ ਜੋ ਭਾਵਨਾ ਹੈ, ਜੇ ਅਸੀਂ ਉਹਨੂੰ ਸਮਝੀਏ ਤਾਂ ਫਿਰ ਸਾਡੀ ਜਿਹੜੀ ਸਮੱਸਿਆ ਸੋਲਵ ਹੋ ਜਾਂਦੀ ਹੈ ਬੜੀ ਆਸਾਨੀ ਦੇ ਨਾਲ। ਹੋ ਸਕਦਾ ਮੇਰੀ ਵਰਡਿੰਗ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਲੇਕਿਨ ਇਹਦੇ ਪਿੱਛੇ ਜੋ ਭਾਵਨਾ ਹੈ ਬਾਣੀ ਵਿੱਚ, ਜੋ ਮੈਂ ਬਿਆਨ ਕਰ ਰਿਹਾ, ਹੋ ਸਕਦਾ ਹੈ ਮੇਰੇ ਤੋਂ ਸਹੀ ਸ਼ਬਦਾਂ ਵਿੱਚ ਨਾ ਬਿਆਨ ਹੋ ਪਾ ਰਹੀ ਹੋਵੇ, ਪਰ ਉਹਨੂੰ ਤੁਸੀਂ ਅੰਡਰਸਟੈਂਡ ਆਪ ਕਰਨ ਦਾ ਯਤਨ ਕਰਨਾ ਹੈ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਬੇਕਾਰ ਸਾਂ, ਯਾਨੀ ਬੇਕਾਰ ਦੇ ਕੰਮ ਕਰਨ ਵਾਲਾ ਸਾਂ। ਰੱਬ ਨੇ ਮੈਨੂੰ ਢਾਡੀ ਬਣਾ ਕੇ, ਰਹਿਮਤ ਕਰਕੇ ਮੈਨੂੰ ਸਿਫਤ ਸਲਾਹ ਵਿੱਚ ਜੋੜ ਦਿੱਤਾ। ਜਦੋਂ ਸਿਫਤ ਸਲਾਹ ਵਿੱਚ ਜੁੜਿਆ ਤਾਂ ਰੱਬ ਨੇ ਆਪਣੇ ਮਹਿਲ ਵਿੱਚ ਬੁਲਾ ਲਿਆ। ਤਾਂ ਇਹਦਾ ਭਾਵ ਅਰਥ ਕੀ ਨਿਕਲੇਗਾ ਕਿ ਬੇਕਾਰ ਦੇ ਕੰਮ ਛੱਡ ਕੇ ਸ਼ੁਭ ਗੁਣ ਕਰਨੇ ਚਾਹੀਦੇ ਨੇ ਧਾਰਨ। ਜੋ ਸ਼ੁਭ ਗੁਣਾਂ ਦਾ ਧਾਰਨੀ ਹੋਏਗਾ, ਉਹ ਰੱਬੀ ਹਜ਼ੂਰੀ ਵਿੱਚ ਪਹੁੰਚ ਜਾਏਗਾ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਤੇ ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਕੱਪੜਾ ਦਾ ਮਤਲਬ ਸਿਰੋਪਾ। ਜਿਵੇਂ ਕਿਸੇ ਦੇ ਗਲੇ ਵਿੱਚ ਸਿਰੋਪਾ ਪਾਉਂਦੇ ਨੇ, ਤੇ ਸਿਰੋਪਾ ਉਹਦਾ ਮਤਲਬ ਗਲੇ ਵਿੱਚ ਕੱਪੜਾ ਹੀ ਨਹੀਂ ਪਾਣਾ ਹੁੰਦਾ। ਅਸੀਂ ਸਿਰਫ ਅੱਜ ਇੱਕ ਪਰਨੇ ਨੂੰ ਸਿਰੋਪਾ ਕਹਿਣ ਲੱਗ ਗਏ ਹਾਂ, ਔਰ ਜਿਹਨੂੰ ਮਰਜ਼ੀ ਦੇਈ ਜਾਈਦਾ, ਉਹ ਇੱਕ ਵੱਖਰਾ ਟੌਪਿਕ ਹੈ। ਲੇਕਿਨ ਸਿਰੋਪਾਓ ਦਾ ਮਤਲਬ ਹੁੰਦਾ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਪੁਸ਼ਾਕ, ਜੋ ਕਿਸੇ ਰਾਜੇ ਬਾਦਸ਼ਾਹ ਵੱਲੋਂ ਮਿਲਦੀ ਸੀ ਉਹਨੂੰ, ਜੋ ਕੋਈ ਬਹੁਤ ਚੰਗਾ ਬਹਾਦਰੀ ਵਾਲਾ ਚੰਗਾ ਕੰਮ ਕਰਦਾ ਸੀ, ਜਾਂ ਕੋਈ ਬਹੁਤ ਚੰਗਾ ਨੇਕ ਕਰਮ ਕਰਦਾ ਸੀ, ਸਮਾਜ ਭਲਾਈ ਦਾ, ਬਹਾਦਰੀ ਦਾ ਕਰਮ ਕਰਨਾ, ਉਹਨੂੰ ਫਿਰ ਸਿਰੋਪਾਓ ਪੁਸ਼ਾਕ ਦਿੱਤੀ ਜਾਂਦੀ ਸੀ। ਗੁਰੂ ਸਾਹਿਬ ਉਹਨਾਂ ਸਿੱਖਾਂ ਨੂੰ ਸਿਰੋਪਾਓ ਦਿੰਦੇ ਸੀ। ਯਾਨੀ ਜਿਹੜਾ ਬੰਦਾ ਕੋਈ ਚੰਗਾ, ਨੇਕੀ ਦਾ, ਬਹਾਦਰੀ ਦਾ ਕੰਮ ਕਰਦਾ ਹੈ, ਉਹਨੂੰ ਸਿਰੋਪਾਓ ਦਿੱਤਾ ਜਾਂਦਾ ਹੈ, ਉਹਨੂੰ ਇਨਾਮ ਦਿੱਤਾ ਜਾਂਦਾ ਹੈ। ਤਾਂ ਰੱਬੀ ਦਰ ਤੋਂ ਮੈਨੂੰ ਕੱਪੜਾ ਕਿਹੜਾ ਮਿਲਿਆ, ਸਿਰੋਪਾ ਕਿਹੜਾ ਮਿਲਿਆ? ਸੱਚੀ ਸਿਫਤ ਸਲਾਹ। ਸਿਫਤ ਸਲਾਹ ਦਾ ਸਿਰੋਪਾ ਮੈਨੂੰ ਮਿਲ ਗਿਆ। ਯਾਨੀ ਸਿਫਤ ਸਲਾਹ ਜਿਹੜੀ ਸੀ ਉਹ ਮੇਰੇ ਅੰਦਰ ਪੱਕੇ ਤੌਰ ਤੇ ਬੈਠ ਗਈ। ਰੱਬ ਵੱਲੋਂ ਮੈਨੂੰ ਮਾਣ ਮਿਲਿਆ, ਆਦਰ ਮਿਲਿਆ, ਸਤਿਕਾਰ ਮਿਲਿਆ। ਤਾਂ ਇਹਦਾ ਅੰਤਰੀਵ ਭਾਵ ਇਹ ਹੋਏਗਾ ਕਿ ਜੋ ਇਨਸਾਨ ਸੱਚੀ ਜ਼ਿੰਦਗੀ ਜੀਵੇਗਾ, ਉਸ ਇਨਸਾਨ ਨੂੰ ਮਾਣ, ਆਦਰ ਔਰ ਸਤਿਕਾਰ ਮਿਲੇਗਾ। ਗੁਰੂ ਜੀ ਦਾ ਪਾਵਨ ਬਚਨ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ,
ਜੋ ਸੱਚੇ ਰਾਹਾਂ ਤੇ ਚੱਲੇਗਾ, ਸਾਰਾ ਸੰਸਾਰ ਉਹਦੀ ਸਿਫਤ ਕਰੇਗਾ, ਉਹਨੂੰ ਮਾਣ ਮਿਲੇਗਾ। ਤਾਂ ਮੈਨੂੰ ਪ੍ਰਭੂ ਦੇ ਦਰ ਤੋਂ ਇਹ ਸਿਫਤ ਸਲਾਹ ਦਾ ਸਰੂਪਾ ਮਿਲਿਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਮੇਰੇ ਵਾਸਤੇ ਭੋਜਨ ਆ ਗਿਆ, ਖੁਰਾਕ ਆ ਗਈ। ਜਿਵੇਂ ਕਿਸੇ ਦੇ ਦਰ ਤੇ ਜਾਈਏ ਤੇ ਖੁਰਾਕ ਮਿਲਦੀ ਨਾ ਖਾਣ ਵਾਸਤੇ, ਤੇ ਉਹ ਭੋਜਨ ਕਿਹੜਾ ਹੈ? ਸੱਚਾ ਅੰਮ੍ਰਿਤ ਨਾਮ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ, ਨਾਮ ਦਾ ਮਤਲਬ ਹੁਕਮ। ਮੇਰੇ ਵਾਸਤੇ ਸੱਚਾ ਭੋਜਨ ਆ ਗਿਆ, ਮੈਨੂੰ ਸੱਚਾ ਭੋਜਨ ਮਿਲ ਗਿਆ ਜੋ ਆਤਮਿਕ ਜੀਵਨ ਦੇਣ ਵਾਲਾ ਹੈ, ਜੋ ਆਤਮਿਕ ਮੌਤ ਤੋਂ ਬਚਾਉਣ ਵਾਲਾ ਹੈ। ਜਿਸ ਭੋਜਨ ਨੂੰ ਖਾਣ ਦੇ ਨਾਲ ਕਦੇ ਆਤਮਿਕ ਮੌਤ ਨਹੀਂ ਆਉਂਦੀ, ਉਹ ਮੈਨੂੰ ਸਿਫਤ ਸਲਾਹ ਦਾ ਜਾਂ ਰੱਬੀ ਹੁਕਮ ਦਾ ਭੋਜਨ ਮੈਨੂੰ ਮਿਲ ਗਿਆ, ਮੇਰੀ ਖੁਰਾਕ ਬਣ ਗਿਆ। ਗੁਰਮਤੀ ਖਾਧਾ ਰੱਜ, ਤਿੰਨ ਸੁਖ ਪਾਇਆ। ਜਿਸ ਨੇ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਇਸ ਭੋਜਨ ਨੂੰ ਰੱਜ ਕੇ ਖਾਧਾ, ਉਹਨੇ ਸੁਖ ਪਾ ਲਿਆ। ਹੁਣ ਭੋਜਨ ਦੇਖੋ, ਖਾਣ ਵਾਲੀਆਂ ਰੋਟੀਆਂ ਤੇ ਹੈ ਨਹੀਂ। ਭੋਜਨ ਖਾਣ ਦਾ ਮਤਲਬ ਉਹਦਾ ਰਸ ਮੰਨਣਾ, ਜਿਹੜੇ ਰੱਬੀ ਗੁਣ ਨੇ। ਜਿਨ੍ਹਾਂ ਨੇ ਇਸ ਭੋਜਨ ਨੂੰ ਖਾਧਾ, ਰੱਬੀ ਹੁਕਮ ਅਨੁਸਾਰ ਤੁਰੇ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਅਪਣਾਇਆ ਰੱਜ ਕੇ, ਉਹ ਰੱਜ ਗਏ, ਸੁਖ ਪਾਇਆ। ਉਹਨਾਂ ਨੇ ਸੁਖ ਪਾ ਲਿਆ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਉਹ ਸੁਖੀ ਹੋ ਗਏ, ਸ਼ਾਂਤ ਹੋ ਗਏ, ਜਿਸ ਨੇ ਵੀ ਇਹ ਭੋਜਨ ਖਾਧਾ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਵੀ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆਏ, ਤਾਂ ਸਾਨੂੰ ਵੀ ਇਹ ਭੋਜਨ ਖਾਣਾ ਚਾਹੀਦਾ ਹੈ। ਤੇ ਉਹ ਭੋਜਨ ਗੁਰੂ ਗ੍ਰੰਥ ਸਾਹਿਬ ਰੂਪ ਥਾਲ ਦੇ ਵਿੱਚ ਪਰੋਸਿਆ ਹੋਇਆ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावे जे को पुंछे, तिसका होए उद्धारो। ਉਹਦਾ ਉद्धार ਹੋ ਜਾਏਗਾ। ਢਾਡੀ ਕਰੇ ਪਸਾਓ, ਸ਼ਬਦ ਵਜਾਇਆ। ਪਸਾਓ ਦਾ ਮਤਲਬ ਇੱਥੇ ਹੈਗਾ ਫੈਲਾਵ, ਪ੍ਰਚਾਰ। ਸ਼ਬਦ ਵਜਾਇਆ ਦਾ ਮਤਲਬ ਸ਼ਬਦ ਵਜਾਣਾ, ਥਾਂ ਥਾਂ ਤੇ ਵੰਡਣਾ। ਤਾਂ ਜਿਹੜਾ ਹੁਣ ਢਾਡੀ ਹੈ, ਮਤਲਬ ਜਿਸ ਤੇ ਕਿਰਪਾ ਹੋਈ ਹੈ, ਜੋ ਸੱਚ ਦੇ ਨਾਲ ਜੁੜਿਆ ਹੈ, ਜਿਸ ਵਿਕਾਰ ਨੂੰ ਗੁਰੂ ਜੀ ਨੇ ਸਿਫਤ ਸਲਾਹ ਦੀ ਕਾਰ ਵਿੱਚ ਲਾ ਦਿੱਤਾ ਹੈ, ਜਿਹਨੂੰ ਸਿਫਤ ਸਲਾਹ ਦਾ ਕੱਪੜਾ ਮਿਲਿਆ ਹੈ, ਜਿਹਨੇ ਇਸ ਆਤਮਿਕ ਜੀਵਨ ਦੇਣ ਵਾਲੇ ਭੋਜਨ ਨੂੰ ਖਾਧਾ ਹੈ, ਤੇ ਉਹ ਹੁਣ ਇਸ ਆਨੰਦ ਨੂੰ ਆਪ ਕੱਲਾ ਨਹੀਂ ਮਾਣ ਰਿਹਾ। ਢਾਡੀ ਕਰੇ ਪਸਾਓ, ਹੁਣ ਇਹ ਢਾਡੀ ਜਿਹੜਾ ਹੈ ਅੱਗੇ ਪ੍ਰਚਾਰ ਕਰ ਰਿਹਾ ਹੈ। ਸ਼ਬਦ ਵਜਾਇਆ, ਸ਼ਬਦ ਦਾ ਪ੍ਰਚਾਰ ਕਰ ਰਿਹਾ ਹੈ ਕਿ ਸ਼ਬਦ ਦੇ ਨਾਲ ਜੁੜੋ। ਸ਼ਬਦ ਦਾ ਮਤਲਬ ਗਿਆਨ, ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਵੇ ਆਫ ਲਾਈਫ। ਉਹ ਉਸ ਸ਼ਬਦ ਦਾ ਪ੍ਰਚਾਰ ਤੇ ਪ੍ਰਸਾਰ ਅੱਗੇ ਕਰ ਰਿਹਾ ਹੈ, ਹੋਰ ਲੋਕਾਂ ਨੂੰ ਵੀ ਦੱਸ ਪਾ ਰਿਹਾ ਹੈ, ਹੋਰ ਲੋਕਾਂ ਨੂੰ ਵੀ ਜੋੜ ਰਿਹਾ ਹੈ। ਇਸ ਲਈ ਪਹਿਲੀ ਗੱਲ, ਅਸੀਂ ਆਪ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਇਹ ਆਨੰਦ ਮਾਨਣਾ ਹੈ, ਬੇਕਾਰ ਦੇ ਕੰਮ ਛੱਡਣੇ ਨੇ, ਪ੍ਰਭੂ ਦਰ ਤੇ ਪ੍ਰਵਾਨ ਹੋਣਾ ਹੈ, ਤੇ ਆਪ ਇਸ ਆਨੰਦ ਨੂੰ ਮਾਣਦੇ ਹੋਏ ਦੂਜੇ ਲੋਕਾਂ ਨੂੰ ਵੀ ਦੱਸਣਾ ਹੈ ਕਿ ਦੁਨੀਆ ਦੇ ਲੋਕੋ, ਅਵਿਅਰਥ ਦੇ ਕੰਮ ਛੱਡ ਕੇ ਜੇ ਸੱਚ ਦੇ ਨਾਲ ਜੁੜ ਜਾਓ, ਤੁਹਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ। ਇਹ ਸੰਸਾਰ ਸਵਰਗ ਬਣ ਸਕਦਾ ਹੈ। ਇਹ ਸਾਡੀ ਸਾਰਿਆਂ ਦੀ ਡਿਊਟੀ ਹੈ। ਨਾਨਕ ਸੱਚ ਸਾਲਾ ਪੂਰਾ ਪਾਇਆ। ਸੱਚੇ ਪ੍ਰਭੂ ਦੀ ਸਿਫਤ ਸਲਾਹ ਕਰਕੇ ਪੂਰੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਦੇਖੋ, ਨਾਨਕ ਸੱਚ ਸਾਲਾ, ਸੱਚ ਦੀ ਸਿਫਤ ਕਰਕੇ, ਸੱਚ ਦੇ ਗੁਣ ਗਾ ਕੇ ਪੂਰਾ ਪਾਇਆ, ਪੂਰੇ ਪ੍ਰਭੂ ਨੂੰ ਪਾ ਲਿਆ। ਕਿੰਨਾ ਸੌਖਾ ਕੰਮ ਹੈ। ਸਿਫਤ ਸਲਾਹ ਕਰਕੇ, ਗੁਣ ਗਾ ਕੇ, ਮੀਨਸ ਗੁਣਾਂ ਦੇ ਧਾਰਨੀ ਹੋ ਕੇ, ਗੁਣਾਂ ਨੂੰ ਇੰਪਲੀਮੈਂਟ ਕਰਕੇ ਪੂਰੇ ਪ੍ਰਭੂ ਨੂੰ ਪਾ ਲੈਣਾ। ਇਹਦੇ ਵਿੱਚ ਹੁਣ ਕਿਹੜਾ ਔਖਾ ਕੰਮ ਹੈ? ਸਿਰਫ ਸਾਡੇ ਦਿਮਾਗਾਂ ਵਿੱਚ ਬਿਠਾ ਦਿੱਤਾ ਗਿਆ ਹੈ, ਨਹੀਂ ਜੀ ਗੁਣਾਂ ਦੇ ਧਾਰਨੀ ਹੋਣਾ ਤੇ ਬਹੁਤ ਔਖਾ ਹੈ, ਧਰਮ ਦੀ ਜ਼ਿੰਦਗੀ ਜੀਣੀ ਤੇ ਬੜੀ ਔਖੀ ਹੈ। ਐਵੇਂ ਥੋੜੀ ਇਹ ਤੇ ਸਟੇਜੀ ਗੱਲਾਂ ਨੇ, ਤੇ ਕੋਈ ਭਾਈ ਕਹਿ ਸਕਦਾ ਸਟੇਜ ਤੇ ਬਹਿ ਕੇ ਕਿਤਾਬੀ ਗੱਲਾਂ ਨੇ, ਪਰ ਐਸਾ ਨਹੀਂ ਹੈ ਪਿਆਰਿਓ। ਸੱਚ ਬੋਲਣਾ, ਪਿਆਰ ਨਾਲ ਰਹਿਣਾ, ਦਇਆ ਕਰਨੀ, ਇੱਕ ਦੂਜੇ ਦਾ ਸਹਿਯੋਗ ਕਰਨਾ ਤੇ ਸੌਖਾ ਕੰਮ ਹੈ। ਔਖਿਆਈ ਤਾਂ ਸਗੋਂ ਝੂਠ ਬੋਲਣ ਵਿੱਚ, ਲੜਾਈ ਦੰਗਿਆਂ ਵਿੱਚ ਔਖਿਆਈ ਹੈ, ਜੈਲਸੀ ਕਰਨ ਵਿੱਚ ਔਖਿਆਈ ਹੈ, ਪ੍ਰੇਮ ਕਰਨ ਵਿੱਚ ਤੇ ਕੋਈ ਔਖਿਆਈ ਨਹੀਂ ਹੈ, ਸੱਚ ਬੋਲਣ ਵਿੱਚ ਤਾਂ ਕੋਈ ਔਖਿਆਈ ਨਹੀਂ ਹੈ, ਮੁਸਕਰਾਓ ਤਾਂ ਮੁਸਕਰਾਉਣ ਵਿੱਚ ਤਾਂ ਕੋਈ ਔਖਿਆਈ ਹੈ ਹੀ ਨਹੀਂ ਹੈ, ਤਿਊੜੀਆਂ ਪਾਉਣ ਵਿੱਚ ਔਖਿਆਈ ਹੈ। ਨਾਨਕ ਸੱਚ ਸਾਲਾ ਪੂਰਾ ਪਾਇਆ, ਕਿ ਜਿਨ੍ਹਾਂ ਨੇ ਸੱਚ ਨੂੰ ਸਲਾਇਆ, ਸੱਚ ਦੇ ਗੁਣ ਗਾਏ,
ਰੱਬੀ ਗੁਣਾਂ ਦੇ ਜੋ ਧਾਰਨੀ ਮਨ ਬਚਨ ਕਰਮ ਕਰਕੇ ਹੋਏ, ਪੂਰਾ ਪਾਇਆ ਉਹਨਾਂ ਨੇ ਪੂਰੇ ਪ੍ਰਭੂ ਨੂੰ ਪਾ ਲਿਆ। ਯਾਨੀ ਇਹਨਾਂ ਗੁਣਾਂ ਨੂੰ ਪਾ ਲੈਣਾ, ਸੱਚ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਗੁਣਾਂ ਦੇ ਅੰਦਰ ਸੁਰਤ ਦਾ ਮਿਲ ਜਾਣਾ, ਮਨ ਬਚਨ ਕਰਮ ਕਰਕੇ ਗੁਣਾਂ ਵਿੱਚ ਮਿਲ ਜਾਣਾ ਹੀ ਰੱਬ ਵਿੱਚ ਮਿਲ ਜਾਣਾ ਹੈ। ਅੱਗੇ ਸ਼ਬਦ ਲਿਖਿਆ ਹੈ ਸੁਧ।